ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਕਿਹਾ ਸੀਗਾ ਕਿ ਵਿਕਾਊ ਨੇ, ਮੈਂ ਚਾਹੁੰਦਾ ਕਿ ਸਟੇਟਮੈਂਟ ਕਲੀਅਰ ਕਰੋ, ਤੁਸੀਂ ਜਥੇਬੰਦੀਆਂ ਬਾਰੇ ਕੀ ਕਿਹਾ ਔਰ ਹੁਣ ਕੀ ਸੋਚਦੇ ਹੋ? ਤੁਸੀਂ ਚਾਹੁੰਦੇ ਸੀ ਕਿ ਵਕੀਲ ਜਿਹੜੇ ਆ ਉਹ ਸਹੀ ਚੂਜ਼ ਕੀਤੇ ਜਾਣੇ ਔਰ ਚਿਹਰੇ ਜਿਹੜੇ ਉਹ ਸਹੀ ਚੂਜ਼ ਕੀਤੇ ਜਾਣੇ ਬਹੁਤ ਲਾਜ਼ਮੀ ਸੀ। ਨਹੀਂ ਨਾਲ ਕਿਸ ਮੌਕੇ ਤੇ ਸਾਨੂੰ ਪਟੀਸ਼ਨ ਫਾਈਲ ਕਰਨੀ ਚਾਹੀਦੀ ਆ, ਉਹ ਬਹੁਤ ਜ਼ਰੂਰੀ ਹੈ। ਹਜੇ ਪਟੀਸ਼ਨ ਫਾਈਲ ਕਰਨ ਦਾ ਮੇਰੇ ਹਿਸਾਬ ਨਾਲ ਟਾਈਮ ਨਹੀਂ ਆ, ਕਿਉਂਕਿ ਸਾਡੀ ਐਡੀ ਵੱਡੀ ਰੈਜ਼ਿਸਟੈਂਸ ਚੱਲ ਰਹੀ ਆ। ਉਹ ਰੈਜ਼ਿਸਟੈਂਸ ਲਗਾਤਾਰ ਦਿਨ ਬ ਦਿਨ ਵੱਧ ਰਹੀ ਆ। ਪੰਜਾਬ ਇਹ ਚਾਹੁੰਦਾ ਹੈ ਕਿ ਦੀਪ ਸਿੱਧੂ, ਜਥੇਬੰਦੀਆਂ, ਲੱਖਾ ਸਿਧਾਣਾ ਇਕੱਠੇ ਰਹਿਣ। ਪੰਜਾਬ ਦੀ ਆਵਾਜ਼ ਇਹ ਹੈਗੀ ਹੈ ਕਿ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਵੀ ਅੱਡ ਨਹੀਂ ਹੈਗੇ ਜਾਂ ਅੱਡ ਵਾਲੀ ਗੱਲ ਨਾ ਕੀਤੀ ਜਾਵੇ, ਪਰ ਜਿੰਨੇ ਕੁ ਵੀ ਥੋੜੇ ਬਹੁਤ ਡਿਫਰੈਂਸਸ ਆ ਰਹੇ ਹੈ ਕਿ ਅੱਗੇ ਜਾ ਕੇ ਲੋਕ ਇਹ ਉਮੀਦ ਕਰ ਸਕਦੇ ਆ ਕਿ ਕੋਈ ਮੀਡੀਏਟਰ ਬਣੇ ਜਾਂ ਕਿਸੇ ਤਰੀਕੇ ਨਾਲ ਦੁਬਾਰਾ ਇੱਕੋ ਮੰਚ ਤੇ ਇਕੱਠੇ ਹੋਣ। ਦਿੱਲੀ ਚਾਹੂਗੀ ਅੱਜ, ਔਰ ਪੈਦਾ ਵੀ ਕਰਨਗੇ ਵੀ ਅਸੀਂ ਇੱਕ ਦੂਜੇ ਦੇ ਖਿਲਾਫ ਲੜੀਏ, ਇੱਕ ਦੂਜੇ ਦੀਆਂ ਲੱਤਾਂ ਖਿੱਚੀਏ। ਪਰ ਇਹ ਸਾਡੀ ਜਾਤੀ ਲੜਾਈ ਨਹੀਂ ਹੈ, ਇਹ ਲੜਾਈ ਪੂਰੇ ਪੰਜਾਬ ਦੀ ਆ, ਸਾਰੇ ਕਿਸਾਨਾਂ ਦੀ ਆ, ਸਾਰੇ ਮਜ਼ਦੂਰਾਂ ਦੀ ਆ, ਸਾਡੀ ਹੋਂਦ ਦੀ ਲੜਾਈ ਹੈ। ਸਾਡੀ ਤਾਂ ਹੋਂਦ ਦੀ ਲੜਾਈ ਆ ਪੰਜਾਬੀਆਂ ਦੀ, ਬਾਕੀਆਂ ਦੀ ਜ਼ਮੀਨ ਦੀ ਲੜਾਈ ਹੋ ਸਕਦੀ ਆ। ਜੇ 3 ਆਰਡੀਨੈਂਸਸ ਮੈਂ ਕਹਿੰਦਾ ਕੱਢ ਵੀ ਦਿਓ, ਫਿਰ ਵੀ ਇਹ ਗੱਲ ਅਸੀਂ ਸਾਰੇ ਮੰਨਦੇ ਹਾਂ ਵੀ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਬੁਰਾ ਹਾਲ ਸੀ। ਪੂਰੇ ਦੇਸ਼ 'ਚ ਸਿਰਫ 6% ਹੀ ਕਿਸਾਨ MSP ਅਵੇਲ ਕਰ ਸਕਦੇ ਆ। ਪੂਰੇ ਦੇਸ਼ 'ਚ 6% ਕਿਸਾਨ MSP ਨੂੰ ਅਵੇਲ ਕਰ ਸਕਦੇ ਆ, ਉਹਦੀ ਸਹੂਲਤ ਲੈ ਸਕਦੇ ਆ। 94% ਨੂੰ ਉਹ ਵੀ ਸਹੂਲਤ ਨਹੀਂ ਮਿਲਦੀ। ਮੋਰਚੇ ਅਵੇਅਰਨੈਸ ਵੀ ਪੈਦਾ ਕਰਦੇ ਆ, ਸੋਚ ਵੀ ਵੰਡਦੇ ਆ ਕਿ ਨੈਰੇਟਿਵ ਵੀ ਸਿਰਜਦੇ ਆ, ਕਿਉਂਕਿ ਇੱਕ ਪਾਸੇ ਸਰਕਾਰ ਨੈਰੇਟਿਵ ਸਿਰਜ ਰਹੀ ਹੈ, ਲਗਾਤਾਰ ਸਿਰਜ ਰਹੀ ਹੈ, ਐਡਾ ਵੱਡਾ ਸਿਸਟਮ ਉਹਨਾਂ ਦਾ ਨੈਰੇਟਿਵ ਸਿਰਜ ਰਿਹਾ। ਕੁਝ ਬੌਣੇ ਬੁੱਧੀਜੀਵੀ ਉਹ ਵੀ ਰੱਖ ਲੈਂਦੇ ਆ, ਕੁਝ ਆਰਟਿਸਟ ਨੈਸ਼ਨਲ ਲੈਵਲ ਦੇ ਵੀ ਆਪਦੇ ਨਾਲ ਰੱਖ ਲੈਂਦੇ ਆ, ਕੰਗਨਾ ਰਣੌਤ ਵਰਗੇ, ਦਲੇਰ ਮਹਿੰਦੀ ਵਰਗੇ, ਜਾਂ ਹੋਰ ਜਿਹੜੇ ਲਗਾਤਾਰ ਇੱਕ ਝੂਠ ਨੂੰ ਸੱਚ ਕਰਨਾ ਹੋਵੇ ਤਾਂ ਵਾਰ-ਵਾਰ 100 200 50 500 ਵਾਰੀ ਉਹਨੂੰ ਵਾਰ-ਵਾਰ ਦੁਹਰਾਈ ਜਾਓ ਤਾਂ ਉਹ ਹੌਲੀ-ਹੌਲੀ ਉਹ ਸੱਚ ਲੱਗਣਾ ਸ਼ੁਰੂ ਹੋ ਜਾਊਗਾ। ਉਹਨਾਂ ਨੇ ਇੱਕ ਕਾਨਫਰੰਸ ਲਈ ਬੁਲਾਇਆ ਸੀ, ਔਰ ਕਾਨਫਰੰਸ ਉਸ ਲੈਟਰ 'ਚ ਹੀ ਉਹਦੀ ਭਾਸ਼ਾ ਹੀ ਪੜ੍ਹ ਲਓ ਤੁਸੀਂ, ਲੈਟਰ ਦੀ ਲੈਂਗੁਏਜ ਤੋਂ ਹੀ ਬੜਾ ਕਲੀਅਰ ਸੀ ਵੀ ਅਸੀਂ ਜਿਹੜੇ ਆਰਡੀਨੈਂਸਸ ਬਣਾਏ ਆ ਉਹ ਬਹੁਤ ਵਧੀਆ, ਤੇ ਤੁਸੀਂ ਆ ਜਾਓ ਇਹਦੇ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ। ਮਤਲਬ ਉਹ ਤਾਂ ਧਾਰੀ ਬੈਠੇ ਆ ਵਧੀਆ। ਜਦੋਂ ਧਾਰੀ ਬੈਠੇ ਆ ਵਧੀਆ, ਫਿਰ ਜੇ ਅਸੀਂ ਗੱਲਬਾਤ ਕਰਨ ਜਾਂਦੇ ਫਿਰ ਸਾਡੇ 'ਚੋਂ ਤਾਂ ਉਹ ਵੀਕ ਪੁਆਇੰਟ ਦੇਖਦੇ ਵੀ ਕਿਹੜੇ ਬੰਦੇ ਨੂੰ ਟਾਰਗੇਟ ਕਰੀਏ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਕਿਸਾਨੀ ਘੋਲ ਵੱਖੋ-ਵੱਖ ਤਰੀਕਿਆਂ ਦੇ ਨਾਲ ਇਹ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਹੈ। ਹਰੇਕ ਨੂੰ ਹੱਕ ਹੈ, ਹਰੇਕ ਨੂੰ ਅਧਿਕਾਰ ਹੈ ਕਿ ਉਹ ਆਪਣੇ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰੇ। ਇਸੇ ਤਰ੍ਹਾਂ ਸ਼ੰਭੂ ਦੇ ਵਿੱਚ ਦੀਪ ਸਿੱਧੂ ਔਰ ਬਾਕੀ ਪੰਜਾਬ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਲੋਕ ਜਿਹੜੇ ਆ ਉਹ ਇਹ ਘੋਲ ਦਾ ਹਿੱਸਾ ਬਣ ਰਹੇ ਹੈ। ਕਿੱਥੋਂ ਤੱਕ ਗੱਲ ਪਹੁੰਚੀ ਹੈ, ਕੀ ਸਿੱਟੇ ਨਿਕਲਣੇ ਆ, ਹੁਣ ਤੱਕ ਕੀ ਪਾਇਆ, ਕੀ ਗਵਾਇਆ, ਇਸ ਤੇ ਚਰਚਾ ਕਰਾਂਗੇ। ਦੀਪ ਸਿੱਧੂ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਹੁਣ ਤੱਕ ਬਾਈ ਜੀ ਕਿੱਥੇ ਪਹੁੰਚੇ ਆ, ਕੀ ਗਵਾਇਆ ਤੇ ਕੀ ਪਾਇਆ? ਦੇਖੋ, ਗਵਾਇਆ ਤਾਂ ਕੁਛ ਨਹੀਂ, ਅਸੀਂ ਪਾਇਆ ਹੀ ਆ ਕੁਛ ਨਾ ਕੁਛ। ਕਿਸ ਤਰ੍ਹਾਂ ਅਸੀਂ ਹਾਸਲ ਕੀਤੀ ਆ ਗੱਲ, ਇੱਕ ਲੋਕ ਲਹਿਰ ਬਣ ਗਈ ਆ। ਤੁਸੀਂ ਦੇਖੋ, ਜਦੋਂ ਵੀ ਇੱਕ ਸੱਦਾ ਆਉਂਦਾ, 25 ਤਰੀਕ ਦਾ ਸੱਦਾ ਸੀ ਚੱਕਾ ਜਾਮ ਦਾ, ਹਰ ਵਰਗ ਦੀ ਸ਼ਮੂਲੀਅਤ ਸੀ। 4 ਤਰੀਕ ਨੂੰ ਮੈਂ ਇੱਕ ਫੇਰ ਸੱਦਾ ਦਿੱਤਾ ਸੀ ਜੀ, ਜਿਹੜੀ ਸਾਡੀ ਟੀਮ ਨੇ ਡਿਸਾਈਡ ਕੀਤਾ ਸੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ 'ਚ। ਉੱਥੇ ਵੀ ਬਹੁਤ ਵੱਡੀ ਗਿਣਤੀ 'ਚ ਉਹੀ ਜਜ਼ਬਾ ਦੇਖਣ ਨੂੰ ਸਾਨੂੰ ਮਿਲਿਆ, ਤੇ ਜਿਹੜੀ ਇੱਕ ਲੋਕ ਲਹਿਰ ਦੀ ਸ਼ਕਲ ਹੁੰਦੀ ਆ ਉਹ ਅਕਸ ਉੱਥੋਂ ਪੈਦਾ ਹੋਇਆ। ਸੋ ਇਸ ਤਰ੍ਹਾਂ ਮੈਨੂੰ ਐਂ ਲੱਗਦਾ ਵੀ ਜਿਸ ਤਰ੍ਹਾਂ ਉਭਾਰ ਪ੍ਰਗਟ ਹੋ ਗਿਆ, ਅੰਦੋਲਨ ਬਣ ਗਿਆ, ਹੱਕਾਂ ਦੀ ਲੜਾਈ ਬਣਦੀ ਜਾ ਰਹੀ ਆ ਰਿਆਇਤਾਂ ਦੀ ਲੜਾਈ ਨਾਲੋਂ। ਸੋ ਅਸੀਂ ਜਿਹੜੇ ਰਾਹ ਤੇ ਤੁਰ ਪਏ ਆ, ਉੱਥੇ ਕੁਛ ਅਸੀਂ ਪਾ ਕੇ ਹੀ ਕੁਛ ਖੱਟ ਕੇ ਹੀ ਮੁੜਾਂਗੇ ਤੇ ਗਵਾ ਕੇ ਨਹੀਂ ਮੁੜਾਂਗੇ। ਪਰ ਸਾਨੂੰ ਦਿਸਦਾ ਕੀ ਹੈ ਤੁਹਾਨੂੰ, ਗਾਂ ਕੀ ਦਿਸਦਾ? ਇਹ ਲੜਾਈ ਕਦੋਂ ਤੱਕ ਜਾਰੀ ਰੱਖੋਗੇ? ਟੀਚਾ ਕੀ ਮਿੱਥਿਆ ਹੈ? ਕੋਈ ਇਹਦੀ ਰੂਪਰੇਖਾ ਤੈਅ ਕੀਤੀ ਹੈ ਕਿ ਆਹ ਚੀਜ਼ਾਂ ਅਸੀਂ ਹਾਸਲ ਕਰਨੀਆਂ, ਉਸ ਤੋਂ ਬਾਅਦ ਅਸੀਂ ਜਿਹੜਾ ਇਹ ਲਿਫਟ ਕਰਾਂਗੇ ਧਰਨਾ ਜਾਂ ਬੈਠੇ ਰਹਾਂਗੇ? ਦੇਖੋ, ਗੱਲ ਐ ਆ
ਪੰਜਾਬ ਪੱਧਰ ਤੇ ਤਾਂ ਬਹੁਤ ਵੱਡੀ ਲਾਮਬੰਦੀ ਹੋ ਗਈ ਆ। ਜਦੋਂ ਤੁਸੀਂ ਸਰਕਾਰ ਤੋਂ ਮੰਗ ਮੰਗਾਉਣੀ, ਆਪਦੀਆਂ ਮੰਗਾਂ ਮੰਗਾਉਣੀਆਂ ਹੋਣ, ਤਾਂ ਤੁਹਾਨੂੰ ਇਸ ਲਹਿਰ 'ਚ ਇੰਨੀ ਕੁ ਸਮਰੱਥਾ ਹੈ ਵੀ ਇਹ ਨੈਸ਼ਨਲ ਲੈਵਲ ਤੱਕ ਜਾ ਸਕਦੀ ਹੈ। ਧਰਾਤਲ ਨਾਲ ਜੁੜੀ ਹੋਈ ਚੀਜ਼ ਆ, ਜ਼ਮੀਨ ਨਾਲ ਜੁੜੀ ਹੋਈ ਚੀਜ਼ ਆ। ਜਿਵੇਂ ਇਹਦੇ ਨਾਲ ਹਰਿਆਣਾ ਵੀ ਜੁੜ ਜੂਗਾ, ਇਹਦੇ ਨਾਲ ਰਾਜਸਥਾਨ ਵੀ ਜੁੜ ਜੂਗਾ, ਇਧਰੋਂ ਯੂਪੀ ਵੀ ਜੁੜ ਜੂਗਾ, ਐਮਪੀ ਵੀ ਜੁੜ ਜੂਗਾ, ਤੇ ਇਹ ਗੱਲ ਪੂਰੀ ਨੈਸ਼ਨਲ ਲੈਵਲ ਤੱਕ ਜਾ ਸਕਦੀ ਆ। ਸਰਕਾਰ ਇਸ ਵੇਲੇ ਫਸ ਚੁੱਕੀ ਆ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਜੇ ਇਸ ਸਮਰੱਥਾ ਨੂੰ ਸਮਝ ਕੇ ਤੇ ਲੋਕਾਂ ਨੇ ਜਿੰਨਾ ਭਰੋਸਾ ਜਤਾਇਆ ਉਹਨੂੰ ਸਮਝ ਕੇ ਅਸੀਂ ਲਾਮਬੰਦੀ ਪੂਰੇ ਨੈਸ਼ਨਲ ਲੈਵਲ ਤੱਕ ਲੈ ਕੇ ਜਾ ਸਕੇ, ਸਰਕਾਰਾਂ ਦੀ ਮਜਬੂਰੀ ਖੜੀ ਹੋ ਜੂਗੀ। ਸਰਕਾਰਾਂ ਤੋਂ ਫਿਰ ਜਿਵੇਂ ਸਾਡੇ ਗਲਾਂ ਨੂੰ ਹੱਥ ਪਾਇਆ ਉਹਨਾਂ ਨੇ, ਉਵੇਂ ਉਹਨਾਂ ਦੇ ਗਲਾਂ ਨੂੰ ਹੱਥ ਪਾ ਕੇ ਜਿਹੜੀਆਂ ਮੰਗਾਂ ਮੰਗਾਉਣੀਆਂ ਸੀ ਮਨਵਾ ਸਕਦੇ ਹਾਂ। ਸੋ ਲਾਮਬੰਦੀ ਬਹੁਤ ਵੱਡੇ ਵਿਆਪਕ ਤੌਰ ਤੇ ਆਪਾਂ ਦੇਖੀਏ ਤਾਂ ਹੋ ਗਈ ਹੈ, ਔਰ ਸਮਰੱਥਾ ਵੀ ਆ ਲਹਿਰ 'ਚ ਭਾਰ ਝੱਲਣ ਦੀ। ਸਮਰੱਥਾ ਵੀ ਆ ਸਿਸਟਮ ਦੇ ਖਿਲਾਫ ਲੜ ਕੇ ਕੋਈ ਮੁੜ ਉਸਾਰੀ ਜਾਂ ਮੁੜ ਇਹੋ ਜਿਹੇ ਸਿਸਟਮ ਦੀ ਮੰਗ ਕਰੀਏ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਲਈ ਪਰਪੱਕ ਤੌਰ ਤੇ ਕੁਝ ਭਲਾ ਕਰ ਸਕੇ, ਜਾਂ ਜਿਵੇਂ ਅਸੀਂ ਦੇਖਿਆ ਖੁਦਕੁਸ਼ੀਆਂ ਹੋਣ ਤੋਂ ਰੋਕ ਸਕੇ, ਕਰਜ਼ੇ ਉਹਨਾਂ ਤੇ ਨਾ ਚੜਨ ਜਾਂ ਲਿਮਟਾਂ ਮੁੜ ਸਕਣ। ਕੁਛ ਤਾਂ ਲੈ ਕੇ ਡਿੱਗੀਏ, ਰਿਆਇਤਾਂ ਤੇ ਖੜੇ ਰਹਾਂਗੇ ਤਾਂ ਅਸੀਂ ਫੇਰ ਖਤਾ ਖਾ ਜਾਾਂਗੇ। ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਸਿਰਫ ਇਹਨਾਂ 3 ਜਿਹੜੇ ਕਾਨੂੰਨ ਬਣੇ ਆ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ, ਇਸ ਤੋਂ ਪਾਰ ਜਾਂ ਇਸ ਤੋਂ ਬਾਹਰ ਦੇ ਦਾਇਰੇ ਦੀ ਅਜੇ ਅਸੀਂ ਗੱਲ ਨਹੀਂ ਕਰ ਰਹੇ। ਤੁਸੀਂ ਵੀ ਇਸੇ ਤੇ ਖੜੇ ਹੋ ਜਾਂ ਤੁਸੀਂ ਇਸ ਨੂੰ ਹੋਰ ਵੱਡਾ ਦੇਖਦੇ ਹੋ? ਥੋੜਾ ਜਿਹਾ ਫਰਕ ਆ, ਬਸ ਲੜਾਈ ਉਹੀ ਆ, ਮਕਸਦ ਸਾਡਾ ਸਾਂਝਾ ਹੀ ਆ। ਫਰਕ ਕਿਵੇਂ ਆ? ਅਸੀਂ ਹਮੇਸ਼ਾ ਹੀ ਖਤਾ ਕਿੱਥੇ ਖਾਂਦੇ ਆ? ਅਸੀਂ ਮਸਲਿਆਂ ਨੂੰ ਦੇਖਣ ਲੱਗ ਜਾਂਦੇ ਆ, ਮਸਲਿਆਂ ਨੂੰ ਮੁਖਾਤਮ ਹੁੰਨੇ ਆ ਅਸੀਂ, ਪਰ ਉਹਨਾਂ ਹਾਲਾਤਾਂ ਨੂੰ ਮੁਖਾਤਮ ਨਹੀਂ ਹੁੰਦੇ ਜਿਨ੍ਹਾਂ ਦੇ ਕਰਕੇ ਮਸਲੇ ਪੈਦਾ ਹੋਏ ਆ। ਮਸਲੇ ਜਦੋਂ ਨਿਕਲਦੇ ਆ ਜਾਂ ਕੋਈ ਇਹ ਕਹਿ ਲਈਏ ਅਸੀਂ ਕਿਸੇ ਖਾਸ ਤਰ੍ਹਾਂ ਦਾ ਇੱਕ ਖਲਾ, ਕਿਸੇ ਖਾਸ ਤਰ੍ਹਾਂ ਦਾ ਇੱਕ ਉਭਾਰ ਸਾਹਮਣੇ ਆਉਂਦਾ, ਉਹ ਕਿਸੇ ਹਾਲਾਤ ਦੀ ਪੈਰਾਵਾਦ ਹੁੰਦਾ। ਜੇ ਸਾਡਾ ਆਰਡੀਨੈਂਸਸ ਵੀ ਬਣੇ ਆ, ਆਰਡੀਨੈਂਸਸ ਮਸਲਾ ਨਹੀਂ ਆ, ਹਾਲਾਤ ਕਿਹੜੇ ਚੋਂ ਨਿਕਲਿਆ ਉਸ ਹਾਲਾਤ ਨੂੰ ਮੁਖਾਤਮ ਹੋਣਾ ਚਾਹੀਦਾ। ਤਾਂ ਬਿਮਾਰੀ ਨੂੰ, ਉਹਦੀ ਜੜ ਕਿੱਥੇ ਪਈ ਆ, ਉਹਨੂੰ ਮੁਖਾਤਮ ਹੋਣਾ ਚਾਹੀਦਾ। ਅੱਜ ਜਿਵੇਂ ਮੈਂ ਕਹਿੰਦਾ ਸਰਕਾਰਾਂ ਫਸ ਚੁੱਕੀਆਂ, ਫਸ ਇਸ ਕਰਕੇ ਚੁੱਕੀਆਂ, ਉਹਨਾਂ ਸਾਡੇ ਪੈਰਾਂ ਥੱਲੇ ਬਟੇਰ ਆ ਗਿਆ ਸਰਕਾਰਾਂ ਦਾ। ਜਦੋਂ ਇਸ ਪੂਰੇ ਅੰਦੋਲਨ 'ਚ ਉਹ ਸਮਰੱਥਾ ਦਿੰਦੀ ਆ ਸਾਨੂੰ ਵੀ ਅਸੀਂ ਸਰਕਾਰ ਨੂੰ ਕਾਰਨਰ ਕਰ ਸਕਦੇ ਹਾਂ, ਅਸੀਂ ਲੋਕ ਲਹਿਰ ਲਾਮਬੰਦੀ ਪੂਰੇ ਭਾਰਤ ਪੱਧਰ ਤੇ ਕਰ ਸਕਦੇ ਹਾਂ, ਫਿਰ ਕਿਉਂ ਨਾ ਕਰੀਏ? ਜਦੋਂ ਲੋਕ ਸਾਥ ਦੇ ਰਹੇ ਆ ਤੇ ਇਹ ਸਮਰੱਥਾ ਹੈਗੀ ਲਹਿਰ 'ਚ, ਫਿਰ ਕਿਉਂ ਨਾ ਕੁਝ ਲੈ ਕੇ ਡਿੱਗੀਏ, ਹਾਲਾਤਾਂ ਨੂੰ ਮੁਖਾਤਮ ਹੋਈਏ, ਨਾ ਕਿ ਮਸਲਿਆਂ ਨੂੰ। ਜੇ ਅਸੀਂ ਕੱਲੇ 3 ਇਹ ਜਿਹੜੇ ਆਰਡੀਨੈਂਸਸ ਆਏ ਇੱਥੋਂ ਤੱਕ ਰਹਿ ਗਏ ਤਾਂ ਫਿਰ ਗੱਲ ਤਾਂ ਫਿਰ ਉੱਥੇ ਦੀ ਉੱਥੇ ਹੀ ਆ। ਫਿਰ ਖੁਦਕੁਸ਼ੀਆਂ ਤਾਂ ਨਹੀਂ ਰੁਕਣੀਆਂ, ਕਰਜ਼ੇ ਤਾਂ ਨਹੀਂ ਮਾਫ ਹੋਣੇ, ਲਿਮਟਾਂ ਕਿਵੇਂ ਮੁੜਨਗੀਆਂ? ਕਿਸਾਨਾਂ ਦੇ ਜਿਸ ਢੰਗ ਨਾਲ ਅੱਜ ਜੀਵਨ ਪੱਧਰ, ਜੀਵਨ ਸ਼ੈਲੀ ਜਿੱਥੇ ਗਿਰ ਚੁੱਕਿਆ, ਜੋ ਮਜ਼ਦੂਰਾਂ ਦੀ ਲੁੱਟ ਖਸੁੱਟ ਹੋ ਰਹੀ ਆ, ਉਹਨੂੰ ਤਾਂ ਕਿਸੇ ਨੇ ਸੰਬੋਧਨ ਹੀ ਨਹੀਂ ਕੀਤਾ। ਸੋ ਹਾਲਾਤ ਨੂੰ ਸੰਬੋਧਨ ਨਹੀਂ ਕਰ ਰਹੇ, ਅਸੀਂ ਮੁਖਾਤਮ ਨਹੀਂ ਹੋ ਰਹੇ। ਅਸੀਂ ਮੁਖਾਤਮ ਹੋ ਰਹੇ ਆ ਵੀ 3 ਆਰਡੀਨੈਂਸਸ ਤੱਕ ਦੀ ਲੜਾਈ ਆ, ਉਸ ਦਾਇਰੇ 'ਚ ਹੀ ਰਹੀਏ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਾਰੇ ਇਸ਼ੂਜ਼ ਨੂੰ ਇੱਕ ਇੱਕ ਕਰਕੇ ਐਡਰੈਸ ਕਰਨਾ ਚਾਹੀਦਾ ਹੈ ਜਾਂ ਫਿਰ ਇੱਕੋ ਵਾਰੀ ਬੈਠਣਾ ਚਾਹੀਦਾ ਹੈ ਔਰ ਇਹ ਸਾਰੇ ਇਸ਼ੂਜ਼ ਦੀ ਗੱਲ ਰੱਖਣੀ ਚਾਹੀਦੀ ਹੈ? ਜੇ ਅਸੀਂ ਕਿਸਾਨੀ ਤੇ ਮਜ਼ਦੂਰਾਂ ਤੋਂ ਇਸ਼ੂਜ਼ ਬਾਹਰ ਦੀ ਗੱਲ ਕਰਦੇ ਹੋਈਏ ਤਾਂ ਇੱਕ ਇੱਕ ਕਰਕੇ ਆਪਾਂ ਐਡਰੈਸ ਕਰਾਂਗੇ। ਜਦੋਂ ਗੱਲ ਹੀ ਹਜੇ ਸਾਡੀ ਪ੍ਰਾਇੋਰਟੀ ਕੀ ਆ, ਮਸਲੇ ਹੋਰ ਵੀ ਬਹੁਤ ਆ, ਬਿਲਕੁਲ ਉਹਨਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਮੈਂ ਕਿਹਾ ਇੱਕ ਪਾਸੇ ਰੱਖ ਦਿਓ, ਉਹਨਾਂ ਨੂੰ ਛੱਡ ਦਿਓ, ਪਰ ਇਸ ਟਾਈਮ ਸਿਰਫ ਕਿਸਾਨੀ ਨੂੰ ਜੇ ਅਸੀਂ ਐਡਰੈਸ ਕਰੀਏ, ਸੰਬੋਧਨ ਕਰੀਏ, ਜੇ ਸਿਰਫ ਮਜ਼ਦੂਰਾਂ ਦੇ ਮਸਲਿਆਂ ਨੂੰ ਸੰਬੋਧਨ ਕਰੀਏ, ਉਸ ਦੋ ਵਰਗ, ਉਹਨਾਂ ਦੋਨਾਂ ਵਰਗਾਂ ਲਈ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਇਸ ਅੰਦੋਲਨ ਚੋਂ ਕੱਢਣਾ ਚਾਹੀਦਾ ਜਿਹੜਾ ਪਰਪੱਕ ਤੌਰ ਤੇ ਉਹਨਾਂ ਦੀ ਕਿਤੇ ਨਾ ਕਿਤੇ ਭਲਾ ਕਰ ਸਕੇ। ਜੇ 3 ਆਰਡੀਨੈਂਸਸ ਮੈਂ ਕਹਿੰਦਾ ਕੱਢ ਵੀ ਦਿਓ, ਫਿਰ ਵੀ ਇਹ ਗੱਲ ਅਸੀਂ ਸਾਰੇ ਮੰਨਦੇ ਹਾਂ ਵੀ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਬੁਰਾ ਹਾਲ ਸੀ। ਹਜੇ ਤਾਂ ਆਰਡੀਨੈਂਸਸ ਦੀ ਕੋਈ ਨਵੀਂ ਸਾਡੇ ਤੇ ਜਿਹੜੀ ਇੰਪਲੀਕੇਸ਼ਨ ਆਉਣੀ ਵੀ ਨਹੀਂ ਸ਼ੁਰੂ ਹੋਈ। ਹਜੇ ਤਾਂ ਪ੍ਰੈਜ਼ੀਡੈਂਟ ਨੇ ਅਸੈਂਟ ਦਿੱਤਾ,
ਪਰ ਤੁਸੀਂ ਅੱਜ ਦੇਖ ਲਓ ਆ ਬਠਿੰਡੇ ਕੋਲੇ ਜਿਹੜੀ ਖੁਦਕੁਸ਼ੀ ਹੋਈ ਆ ਤੁਸੀਂ ਦੱਸ ਰਹੇ ਸੀ, ਇਹ ਤਾਂ ਪੁਰਾਣੇ ਹਾਲਾਤਾਂ ਚੋਂ ਹੀ ਨਿਕਲੀ ਹੋਈ ਇੱਕ ਸਾਡੇ ਸਾਹਮਣੇ ਜਿਹੜੀ ਘਟਨਾ। ਬਿਲਕੁਲ, ਜੇ ਪੁਰਾਣੇ ਹਾਲਾਤਾਂ ਚੋਂ ਘਟਨਾ ਜੇ ਨਿਕਲ ਰਹੀ ਆ ਹੁਣ ਵੀ, ਇਹਦਾ ਮਤਲਬ ਇਹ ਆ ਵੀ ਹਾਲਾਤ ਪੁਰਾਣੇ ਵੀ ਬਾਲੇ ਸਾਡੇ ਸੁਖਾਵੇਂ ਨਹੀਂ ਸੀ। ਜੇ ਨਹੀਂ ਸਿਖਾਵੇਂ ਆ, ਐਡਾ ਹੀ ਵੱਡੀ ਲਾਮਬੰਦੀ, ਐਡੀ ਵੱਡੀ ਮੂਵਮੈਂਟ, ਤੇ ਇਹਦੇ 'ਚ ਉਹਨਾਂ ਹਾਲਾਤਾਂ ਨਾਲ ਵੀ ਨਜਿੱਠਿਆ ਜਾਵੇ ਜਿਨ੍ਹਾਂ ਨੇ ਸਾਨੂੰ ਖੁਦਕੁਸ਼ੀਆਂ ਦਿੱਤੀਆਂ, ਜਿਨ੍ਹਾਂ ਨੇ ਸਾਡੇ ਤੇ ਕਰਜ਼ੇ ਚੜਾਏ ਆ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਇਸ ਨੀਵੇਂ ਪੱਧਰ ਤੱਕ ਦਿੱਤੀ ਆ ਵੀ ਜਿੱਥੋਂ ਉੱਠਣਾ ਬੜਾ ਮੁਸ਼ਕਲ ਹੋ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਲਈ। ਤਾਂ ਇਹਦਾ ਕੋਈ ਬਲੂਪ੍ਰਿੰਟ ਲੈ ਕੇ ਚੱਲ ਰਹੇ ਹੋ ਕਿ ਆਹ ਪੁਆਇੰਟਸ ਬਣਾਏ ਗਏ ਆ ਔਰ ਇਹਨਾਂ ਪੁਆਇੰਟਸ ਦੀ ਡਿਮਾਂਡ ਕੇਂਦਰ ਤੋਂ ਰੱਖੀ ਜਾਊਗੀ ਕਿ ਆਹ ਚੀਜ਼ਾਂ ਸੋਲਵ ਕੀਤੀਆਂ ਜਾਣ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ? ਦੇਖੋ, ਮੈਂ ਤਾਂ ਇਸ ਗੱਲ ਦੇ ਪਹਿਲੇ ਦਿਨ ਤੋਂ ਹੀ ਹੱਕ 'ਚ ਸੀ ਵੀ ਇਹਦਾ ਬਲੂਪ੍ਰਿੰਟ ਤਿਆਰ ਕਰੀਏ। ਬਲੂਪ੍ਰਿੰਟ ਦੇ ਵਿੱਚ ਦੇਖੋ ਗਰਾਊਂਡ ਰਿਐਲਿਟੀ ਤੋਂ ਵੀ ਮੁਨਕਰ ਨਹੀਂ ਹੋ ਸਕਦੇ। ਬਿਲਕੁਲ, ਜੇ ਅੱਜ ਪੂਰੇ ਦੇਸ਼ 'ਚ ਸਿਰਫ 6% ਹੀ ਕਿਸਾਨ MSP ਅਵੇਲ ਕਰ ਸਕਦੇ ਆ, ਪੂਰੇ ਦੇਸ਼ 'ਚ 6% ਕਿਸਾਨ MSP ਨੂੰ ਅਵੇਲ ਕਰ ਸਕਦੇ ਆ, ਉਹਦੀ ਸਹੂਲਤ ਲੈ ਸਕਦੇ ਆ। 94% ਨੂੰ ਉਹ ਵੀ ਸਹੂਲਤ ਨਹੀਂ ਮਿਲਦੀ। ਇਹ ਗਰਾਊਂਡ ਰਿਐਲਿਟੀ ਆ। ਅਸੀਂ ਗਰਾਊਂਡ ਰਿਐਲਿਟੀ ਤੋਂ ਕਿਵੇਂ ਮੁਨਕਰ ਹੋ ਸਕਦੇ ਆ? MSP ਦੀ ਗਾਰੰਟੀ ਐਟਲੀਸਟ ਅਸੀਂ ਕਹਿੰਦੇ ਆ 100% ਕਿਸਾਨਾਂ ਨੂੰ ਮਿਲੇ ਕਿਤੇ ਨਾ ਕਿਤੇ। ਇਹਦਾ ਮਤਲਬ ਪਹਿਲਾਂ ਜਿਹੜੇ ਕਾਨੂੰਨ ਬਣੇ ਹੋਏ ਆ, ਚਾਹੇ ਉਹ FCI ਐਕਟ ਆ, ਚਾਹੇ APMC ਐਕਟ ਆ, ਇਹਨਾਂ 'ਚ ਵੀ ਸੁਧਾਰਾਂ ਦੀ ਜ਼ਰੂਰਤ ਆ। ਉਹਨਾਂ ਨਾਲ ਹੁਣ ਮੁਖਾਤਮ ਹੋ, ਇਸ ਵੇਲੇ ਨਜਿੱਠੋ। ਇਸ ਲਈ ਜਿਹੜਾ ਬਲੂਪ੍ਰਿੰਟ ਬਣੇ, ਇਹ 3 ਕਾਨੂੰਨ ਤਾਂ ਵਾਪਸ ਲਏ ਜਾਣ ਹੀ, ਨਾਲ ਪੁਰਾਣੇ ਕਾਨੂੰਨਾਂ 'ਚ ਸੁਧਾਰ ਹੋਣੇ ਚਾਹੀਦੇ ਆ। FCI ਡੀਸੈਂਟਰਲਾਈਜ਼ ਕਰਕੇ ਸਟੇਟ ਸਪੈਸੀਫਿਕ ਹੋਵੇ, ਜਿਹੜੀ ਕਿ ਸਟੇਟ 'ਚ ਉਹਨੂੰ ਜ਼ਿਆਦਾ ਪਾਵਰ ਦੇ ਕੇ ਸਟੇਟ 'ਚ ਰੈਗੂਲੇਟਰੀ ਬਾਡੀ ਦੀ ਤਰ੍ਹਾਂ ਕੰਟਰੋਲ ਕਰੇ। ਜਿਹੜੀਆਂ ਸਾਡੀਆਂ ਸੂਬੇ ਦੀਆਂ ਏਜੰਸੀਜ਼ ਆ, ਮਾਰਕਫੈਡ ਆ, ਪਨਸਪ ਆ, ਉਹਨਾਂ ਦਾ ਰੋਲ ਕੀ ਹੋਣਾ ਚਾਹੀਦਾ, ਇਹ ਸਟੇਟ ਨੂੰ ਵੀ ਡਿਸਾਈਡ ਕਰਨਾ ਚਾਹੀਦਾ। ਫਾਰਮਰਸ ਨੂੰ, ਕਿਸਾਨਾਂ ਨੂੰ ਪ੍ਰੋਟੈਕਟ ਕਿਵੇਂ ਕਰਨਾ, ਡੋਮਿਸਾਈਲ ਲੋਕਲ ਲਾਜ਼ ਲਾ ਕੇ, ਜਾਂ ਸੈਂਟਰ ਦੀਆਂ ਜਿਹੜੀਆਂ ਅੱਗੇ ਕੋਈ ਸਕੀਮਾਂ ਆਉਣਗੀਆਂ, ਕੋਈ ਤੁਸੀਂ ਇਹੋ ਜਿਹੇ ਲਾਜ਼ ਆਉਣਗੇ, ਉਹਨੂੰ ਨੇਗੇਟ ਕਿਵੇਂ ਕਰਨਾ। ਇੱਕ ਵੱਡੀ ਬਹਿਸ ਆ ਜਿਹਦੇ ਤੇ ਸੰਵਾਦ ਹੋਣਾ ਚਾਹੀਦਾ, ਜਿਹਦੇ ਤੇ ਲੀਗਲ ਮਾਈਂਡਸ ਸੰਵਾਦ ਕਿਹਦੇ ਦਰਮਿਆਨ ਹੋਊਗਾ? ਸੰਵਾਦ ਮੈਂ ਤੁਹਾਨੂੰ ਦੱਸਦਾ ਜੀ, ਦਰਮਿਆਨ ਇੱਥੇ ਜੇ ਅਸਲ ਤੌਰ ਤੇ ਗੱਲ ਕੀਤੀ ਜਾਵੇ ਤਾਂ ਕਿਸਾਨ ਯੂਨੀਅਨ ਜਿਹੜੇ ਆਗੂ ਆ, ਜੇ ਉਹ ਸੀਰੀਅਸਲੀ ਇਸ ਮਸਲੇ ਦਾ ਹੱਲ ਲੱਭਣਾ ਚਾਹੁੰਦੇ ਆ, ਜਾਂ ਇਸ ਮਸਲੇ ਦਾ ਹੱਲ ਕਹਿੰਦੇ ਆ ਵੀ ਮਿਲੇ ਤੇ ਕਿਸਾਨਾਂ ਦੇ ਤੇ ਮਜ਼ਦੂਰਾਂ ਦਾ ਭਲਾ ਹੋਵੇ, ਲੀਗਲ ਮਾਈਂਡਸ ਆ ਜਿਹੜੇ, ਦੇਖੋ ਜਦੋਂ ਲਾਜ਼ ਦੀ ਗੱਲ ਕਰਦੇ ਆ ਔਰ ਕਨਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਅਸੀਂ ਨਵੀਂ ਲੈਜਿਸਲੇਸ਼ਨਸ ਦੀ ਗੱਲ ਕਰਦੇ ਆ, ਤਾਂ ਉੱਥੇ ਵਕੀਲਾਂ ਦਾ ਹੋਣਾ ਜਿਹੜੇ ਉਸ ਲੈਵਲ ਤੱਕ ਕਨਸਟੀਟਿਊਸ਼ਨ ਨੂੰ ਵੀ ਸਮਝਦੇ ਆ, ਨਵੀਂ ਲੈਜਿਸਲੇਸ਼ਨਸ ਨੂੰ ਵੀ ਸਮਝਦੇ ਆ, ਉਹਦੇ ਚੈਲੰਜਸ ਨੂੰ ਵੀ ਸਮਝਦੇ ਆ, ਉਹ ਕਿਸ ਪੱਧਰ ਤੇ ਹੋਣੇ ਚਾਹੀਦੇ ਆ, ਉਹਨਾਂ ਦਾ ਹੋਣਾ ਵੀ ਜ਼ਰੂਰੀ ਆ। ਉਹ ਪੱਧਰ ਹਾਈ ਕੋਰਟ ਐਂਡ ਸੁਪਰੀਮ ਕੋਰਟ, ਹਨਾ, ਲੋਕਲ ਜਿਹੜੀਆਂ ਹੋ ਸਕਦਾ ਜਿਹੜੇ ਕਿਸੇ ਨੇ ਸਿਵਲ ਪ੍ਰੈਕਟਿਸ ਬਹੁਤ ਚੰਗੀ ਹੋਵੇ, ਜਿਹੜੇ ਡਿਸਟ੍ਰਿਕਟ ਕੋਰਟ 'ਚ ਪ੍ਰੈਕਟਿਸ ਕਰਦੇ ਹੁਣ, ਇਹ ਤਾਂ ਸਾਨੂੰ ਮਿਥਣਾ ਪਊਗਾ, ਬੈਠ ਕੇ ਦੇਖਣਾ ਪਊਗਾ ਕਿੰਨਾ ਚਿਹਰਿਆਂ ਦੀ ਸ਼ਮੂਲੀਅਤ ਸਾਨੂੰ ਲੈਣੀ ਚਾਹੀਦੀ ਹੈ, ਇਹਨਾਂ 'ਚ ਕਿਹੜੇ ਕਿਹੜੇ ਆਗੂਆਂ ਦੀ ਸ਼ਮੂਲੀਅਤ ਲੈਣੀ ਚਾਹੀਦੀ ਆ, ਕਿਹੜੇ ਲੀਗਲ ਮਾਈਂਡਸ ਦੀ ਲੈਣੀ ਚਾਹੀਦੀ ਆ, ਕਿਹੜੇ ਖੇਤੀਬਾੜੀ ਜਿਹੜੇ ਐਗਰੀਕਲਚਰਿਸਟ ਐਕਸਪਰਟਸ ਦੀ ਲੈਣੀ ਚਾਹੀਦੀ ਆ, ਹਨਾ। ਸੋ ਇੱਕ ਫੋਰਮ ਇਹੋ ਜਿਹਾ ਤਿਆਰ ਹੋਵੇ ਜਿੱਥੇ ਬ੍ਰੇਨਸਟਾਰਮਿੰਗ ਜਾਂ ਸੰਵਾਦ ਇਹਨਾਂ ਲੋਕਾਂ 'ਚ ਹੋਵੇ। ਇਹ ਪੋਲੀਟੀਕਲ ਫੋਰਮ ਹੋਵੇ ਜਾਂ ਗੈਰ ਪੋਲੀਟੀਕਲ ਹੋਵੇ? ਮੇਰੇ ਖਿਆਲ 'ਚ ਗੈਰ ਪੋਲੀਟੀਕਲ ਫੋਰਮ ਹੋਣਾ ਚਾਹੀਦਾ, ਕਿਉਂਕਿ ਜਿੰਨਾ ਪੋਲੀਟੀਕਲ ਫੋਰਮ ਅਸੀਂ ਇਹਨੂੰ ਰੰਗਤ ਦੇ ਦਾਂਗੇ, ਉਸ ਫੋਰਮ 'ਚ ਕਿਤੇ ਨਾ ਕਿਤੇ ਪੋਲੀਟੀਕਲ ਏਜੰਡੇ ਹੌਲੀ ਹੌਲੀ ਰਿਫਲੈਕਟ ਹੋਣੇ ਸ਼ੁਰੂ ਹੋ ਜਾਂਦੇ ਹੁੰਦੇ। ਸੋ ਇਸ ਟਾਈਮ ਸਾਨੂੰ ਪੋਲੀਟੀਕਲ ਏਜੰਡਿਆਂ ਦੀ ਜ਼ਰੂਰਤ ਨਹੀਂ ਆ। ਇਸ ਟਾਈਮ ਸਾਨੂੰ ਸਮਾਜ 'ਚ ਕਿਸਾਨਾਂ ਨਾਲ, ਜੋ ਮਜ਼ਦੂਰਾਂ ਨਾਲ ਹੋ ਰਿਹਾ, ਉਸ ਸੁਧਾਰ ਦੀ ਜ਼ਰੂਰਤ ਆ। ਤਾਂ ਇਹ ਪੈਰਲਲ ਕ੍ਰੀਏਟ ਕਰਨਾ ਚਾਹੁੰਦੇ ਹੋ ਤੁਸੀਂ? ਚਾਹੁੰਦੇ ਹੋ ਕਿ ਇੱਕ ਪਾਸੇ ਸ਼ੰਭੂ ਦਾ ਮੋਰਚਾ ਜਾਂ ਬਾਕੀ ਥਾਂ ਦੇ ਮੋਰਚੇ ਵੀ ਲੱਗੇ ਰਹਿਣ ਔਰ ਉਹਦੇ ਪੈਰਲਲ ਇੱਕ ਫੋਰਮ ਵੀ ਕ੍ਰੀਏਟ ਕਰੀਏ, ਜਾਂ ਫਿਰ? ਬਿਲਕੁਲ ਬਿਲਕੁਲ ਕਰੀਏ। ਦੇਖੋ, ਮੋਰਚਿਆਂ ਦਾ ਇੱਕ ਆਪਦੀ ਕੰਟਰੀਬਿਊਸ਼ਨ ਹੁੰਦੀ ਹੈ, ਹੈਨਾ। ਮੋਰਚੇ ਅਵੇਅਰਨੈਸ ਵੀ ਪੈਦਾ ਕਰਦੇ ਆ, ਸੋਚ ਵੀ ਵੰਡਦੇ ਆ, ਇੱਕ ਨੈਰੇਟਿਵ ਵੀ ਸਿਰਜਦੇ ਆ, ਕਿਉਂਕਿ ਇੱਕ ਪਾਸੇ ਸਰਕਾਰ ਨੈਰੇਟਿਵ ਸਿਰਜ ਰਹੀ ਆ, ਲਗਾਤਾਰ ਸਿਰਜ ਰਹੀ ਆ, ਐਡਾ ਵੱਡਾ ਸਿਸਟਮ ਉਹਨਾਂ ਦਾ ਨੈਰੇਟਿਵ ਸਿਰਜ ਰਿਹਾ। ਕੁਝ ਬੌਣੇ ਬੁੱਧੀਜੀਵੀ ਉਹ ਵੀ ਰੱਖ ਲੈਂਦੇ ਆ, ਕੁਝ ਆਰਟਿਸਟ ਨੈਸ਼ਨਲ ਲੈਵਲ ਦੇ ਵੀ ਆਪਦੇ ਨਾਲ ਰੱਖ ਲੈਂਦੇ ਆ, ਕੰਗਨਾ ਰਣੌਤ ਵਰਗੇ, ਦਲੇਰ ਮਹਿੰਦੀ ਵਰਗੇ, ਜਾਂ ਹੋਰ ਜਿਹੜੇ ਲਗਾਤਾਰ ਇਸ ਗੱਲ ਨੂੰ
ਇਸ ਗੱਲ ਨੂੰ, ਸਰਕਾਰ ਦੀ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਆ ਵੀ ਜਿਹੜੇ ਆਰਡੀਨੈਂਸਸ ਆਏ ਆ ਬਹੁਤ ਚੰਗੇ ਆ, ਸਰਕਾਰ ਬਹੁਤ ਚੰਗਾ ਕਰ ਰਹੀ ਆ। ਸਰਕਾਰ ਕੋਲੇ ਨੈਸ਼ਨਲ ਲੈਵਲ ਤੇ ਮੀਡੀਆ ਵੀ ਲਗਾਤਾਰ ਇਸ ਗੱਲ ਨੂੰ ਦੁਹਰਾ ਰਿਹਾ ਹੁੰਦਾ। ਸੋ ਜਿਵੇਂ ਆਪਾਂ ਕਹਿ ਦਈਏ ਵੀ ਜੇ ਇੱਕ ਝੂਠ ਨੂੰ ਸੱਚ ਕਰਨਾ ਹੋਵੇ ਤਾਂ ਵਾਰ-ਵਾਰ 100 200 50 500 ਵਾਰੀ ਉਹਨੂੰ ਵਾਰ-ਵਾਰ ਦੁਹਰਾਈ ਜਾਓ ਤਾਂ ਉਹ ਹੌਲੀ-ਹੌਲੀ ਉਹ ਸੱਚ ਲੱਗਣਾ ਸ਼ੁਰੂ ਹੋ ਜਾਊਗਾ। ਇਹ ਇੱਕ ਹਿਊਮਨ ਸਾਈਕੋਲੋਜੀ ਦੀ ਗੱਲ ਆ। ਇਸੇ ਤਰ੍ਹਾਂ ਸਾਡੇ ਜਿਹੜੇ ਮੋਰਚੇ ਆ, ਧਰਨੇ ਆ, ਉਹਨਾਂ ਨੇ ਵੀ ਉਸ ਬਿਰਤਾਂਤ ਨੂੰ ਟੱਕਰ ਦੇਣੀ ਹੁੰਦੀ ਆ ਸਰਕਾਰ ਦੇ। ਉੱਥੋਂ ਇੱਕ ਸੋਚ ਵੀ ਵੰਡਣੀ ਹੁੰਦੀ ਆ ਵੀ ਜੋ ਕੁਝ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ। ਸੋ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਉੱਥੋਂ ਇੱਕ ਨੈਰੇਟਿਵ ਸਿਰਜ ਕੇ ਸਾਡੇ ਲੋਕਾਂ ਤੱਕ ਜਾਣਾ, ਉਸ ਅੰਦੋਲਨ ਨੂੰ ਅਸੀਂ ਖੜਾ ਰੱਖਣਾ। ਖੜਾ ਤਾਂ ਧਰਨੇ ਤੇ ਮੋਰਚੇ ਹੀ ਰੱਖਣਗੇ, ਪਰ ਨਾਲ ਸਰਕਾਰ ਦੇ ਨਾਲ ਅਸੀਂ ਗੱਲਬਾਤ ਕਿਵੇਂ ਕਰਨੀ ਆ, ਰਣਨੀਤੀ ਕਿਵੇਂ ਬਣਾਉਣੀ ਆ, ਕਿਹੜੀ ਸਾਡੀ ਅਗਲੀ ਬਿਆਨਤ ਹੋਊਗੀ, ਸੇਧ ਕੀ ਹੋਊਗੀ, ਉਹ ਤਾਂ ਇੱਕ ਜਿਹੜੀ ਧਿਰਾ ਸਾਡੀ ਇੰਟੈਲੈਕਚੁਅਲ ਧਿਰਾ, ਕਿਸਾਨ ਜਥੇਬੰਦੀਆਂ, ਸਾਡੇ ਇੰਟੈਲੈਕਚੁਅਲਸ ਆ, ਉਹਦੇ ਚ ਬੈਠੇ ਖੇਤੀਬਾੜੀ ਮਾਹਿਰ ਆ, ਉਹਨਾਂ ਨੇ ਡਿਸਾਈਡ ਕਰਨਾ ਹੁੰਦਾ। ਸੋ ਤਾਂ ਜਿਹੜੀ ਤੁਸੀਂ, ਮੈਂ ਥੋੜਾ ਜਿਹਾ ਪਿਛਲੇ ਦਿਨਾਂ ਦੇ ਜੋ ਇਨਸੀਡੈਂਟ ਹੋਏ ਆ ਔਰ ਪੰਜਾਬ ਹਤੈਸ਼ੀ ਔਰ ਪੰਜਾਬ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਚਾਹਣ ਵਾਲੇ ਅਕਸਰ ਇਹ ਚਾਹੁੰਦੇ ਰਹੇ ਹੈ ਕਿ ਲੱਖਾ ਸਿਧਾਣਾ ਹੁਣ, ਦੀਪ ਸਿੱਧੂ ਹੁਣ, ਜਥੇਬੰਦੀਆਂ ਹੁਣੇ ਰਲ ਕੇ ਚੱਲਣ। ਔਰ ਇਹ ਜਦੋਂ ਸਾਡੀ ਮੰਜ਼ਿਲ ਇੱਕ ਹੈ ਤਾਂ ਸਾਡਾ ਰਾਹ ਤੇ ਸਾਡੇ ਤਰੀਕੇ ਵੀ ਇੱਕ ਹੋ ਜਾਣੇ ਚਾਹੀਦੇ ਆ। ਮੇਰਾ ਸਵਾਲ ਇਹ ਹੈ, ਤੁਸੀਂ ਕਹਿ ਰਹੇ ਹੋ ਕਿ ਉਹ ਇੱਕ ਫੋਰਮ ਤਿਆਰ ਕੀਤਾ ਜਾਵੇ ਪੈਰਲਲ, ਤਾਂ ਜਿਹੜੀ ਇੱਕ 14 ਮੈਂਬਰੀ ਕਮੇਟੀ ਜਿਹੜੀ ਤਿਆਰ ਕਰਨ ਦੀ ਗੱਲ ਉਸ ਦਿਨ ਹੋਈ ਸੀ, ਕੀ ਉਹ ਉਸ ਤਰ੍ਹਾਂ ਦਾ ਫੋਰਮ ਨਹੀਂ ਸੀਗਾ ਜਾਂ ਉਹ ਕਿੱਥੇ ਗੱਲ ਖਤਮ ਹੋਈ, ਉਹ ਕਿਉਂ ਹੋਂਦ 'ਚ ਨਹੀਂ ਆਈ? ਨਹੀਂ ਜੀ, ਉਹ ਹੋਂਦ 'ਚ ਹੀ ਨਹੀਂ ਆਈ। ਇਹਦਾ ਕਾਰਨ ਸਮਝਣਾ ਬੜਾ ਮੁਸ਼ਕਿਲ ਆ, ਕਿਉਂਕਿ ਜਦੋਂ ਇੱਕ ਅੰਦੋਲਨ ਚੱਲ ਰਿਹਾ ਹੋਵੇ ਨਾ, ਅੰਦੋਲਨ ਦੀ ਇੱਕ ਆਪਦੀ ਸਪੀਡ ਹੁੰਦੀ ਆ, ਉਹਨੇ ਤੁਹਾਨੂੰ ਧੱਕ ਕੇ ਲੈ ਜਾਣਾ ਹੁੰਦਾ, ਕਿਉਂਕਿ ਲੋਕ ਰਿਪਰੈਜ਼ੈਂਟ ਕਰ ਰਹੇ ਆ। ਕਿਹੜੇ ਪਾਸੇ ਨੂੰ ਧੱਕ ਕੇ ਲੈ ਜਾਣਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਕਈ ਗੱਲਾਂ ਉਦੋਂ 14 ਮੈਂਬਰੀ ਕਮੇਟੀ ਜੇ ਐਗਜ਼ਿਸਟੈਂਸ ਦੀ ਗੱਲ ਕਰਦੇ ਸੀ, ਉਹ ਤੋਂ ਬਹੁਤ ਹੋਰ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਤੇ ਪਹਿਲ ਦੇ ਆਧਾਰ ਤੇ ਡਿਸਾਈਡ ਕੀਤੀਆਂ ਜਾਣੀਆਂ ਚਾਹੀਦੀਆਂ, ਹਨਾ। ਅੱਜ ਵੀ ਜੇ ਅਸੀਂ 14 ਮੈਂਬਰੀ ਕਮੇਟੀ ਹੋਵੇ, ਚਾਹੇ ਉਹ ਫੋਰਮ ਦੀ ਗੱਲ ਜਿਹੜੀ ਮੈਂ ਕਰ ਰਿਹਾ ਹੋਵੇ, ਅੱਜ ਵੀ ਕਰੀਏ ਤਾਂ ਅਸੀਂ ਲੇਟ ਨਹੀਂ ਆ। ਅਸੀਂ ਉਸ ਅੰਦੋਲਨ 'ਚ ਹੀ ਬੈਠੇ ਆ। ਉਹ ਲਾਮਬੰਦੀ ਵੱਧ ਰਹੀ ਆ, ਲੋਕ ਪੈਸਿਵ ਰੈਜ਼ਿਸਟੈਂਸ ਨੂੰ ਸਮਝ ਕੇ ਨਾਲ ਜੁੜ ਰਹੇ ਆ। ਲੋਕਾਂ ਨੂੰ ਪਤਾ ਇਹਦੇ 'ਚ ਘੱਟ ਤੋਂ ਘੱਟ ਸਾਡੀ એનર્ਜੀ ਲੱਗ ਰਹੀ ਹੈ ਤੇ ਵੱਧ ਤੋਂ ਵੱਧ ਸਾਡੀ ਕੰਟਰੀਬਿਊਸ਼ਨ ਜਾ ਰਹੀ ਹੈ। ਸੋ ਜਿਹੜੀ ਇਹ ਲਗਾਤਾਰਤਾ ਬਣਾਈ ਰੱਖਣੀ, ਅੰਦੋਲਨ ਦੀ ਇੱਕ ਸਪੀਡ ਵੀ ਬਣਾਈ ਰੱਖਣੀ, ਮੋਮੈਂਟਮ ਨੂੰ ਵੀ ਨਾਲ ਰੱਖਣਾ ਇੱਕ ਚੈਲੰਜਸ ਆ, ਜਿਹਦੇ 'ਚ ਕਿਸਾਨ ਜਥੇਬੰਦੀਆਂ ਨੇ, ਮੈਂ ਕਹਿੰਦਾ, ਬਹੁਤ ਬਾਖੂਬੀ ਰੋਲ ਨਿਭਾਇਆ। ਐਡੀ ਲਾਮਬੰਦੀ ਕਰਨੀ ਜੇ ਕਿਸਾਨ ਜਥੇਬੰਦੀਆਂ ਦਾ ਕੇਡਰ ਗਰਾਊਂਡ ਲੈਵਲ ਤੱਕ ਨਹੀਂ ਹੁੰਦਾ, ਬਹੁਤ ਮੁਸ਼ਕਲ ਸੀ। ਸੋ ਇਸ ਗੱਲ ਤੇ ਮੈਂ ਕਿਸਾਨ ਜਥੇਬੰਦੀਆਂ ਦੀ ਸਰਾਹਨਾ ਕਰਦਾ ਵੀ ਐਡੀ ਵੱਡੀ ਲਾਮਬੰਦੀ ਉਹਨਾਂ ਤੋਂ ਬਿਨਾਂ ਨਹੀਂ ਹੋ ਸਕਦੀ ਸੀ। ਪਰ ਇਸ ਲਾਮਬੰਦੀ ਨੂੰ ਹੁਣ ਅਸੀਂ ਸੇਧ ਕੀ ਦੇਣੀ ਆ? ਜਦੋਂ ਸਰਕਾਰ ਨਾਲ ਗੱਲਬਾਤ, ਦੇਖੋ ਕੱਲ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ। ਉਹ ਟਰੈਪ ਸੀ ਇੱਕ, ਸਰਕਾਰ ਨੇ ਜਾਂ ਸਰਕਾਰ ਦੇ ਜਿਹੜੇ ਕੋਈ IAS ਆਫੀਸਰ ਆ, ਸੈਕਟਰੀ ਆ ਉੱਥੇ ਬੈਠੇ, ਉਹਨਾਂ ਨੇ ਇੱਕ ਕਾਨਫਰੰਸ ਲਈ ਬੁਲਾਇਆ ਸੀ। ਔਰ ਕਾਨਫਰੰਸ ਉਸ ਲੈਟਰ 'ਚ ਹੀ, ਉਹਦੀ ਭਾਸ਼ਾ ਹੀ ਪੜ੍ਹ ਲਓ ਤੁਸੀਂ, ਲੈਟਰ ਦੀ ਲੈਂਗੁਏਜ ਤੋਂ ਹੀ ਬੜਾ ਕਲੀਅਰ ਸੀ ਵੀ ਅਸੀਂ ਜਿਹੜੇ ਆਰਡੀਨੈਂਸਸ ਬਣਾਏ ਆ ਉਹ ਬਹੁਤ ਵਧੀਆ, ਤੇ ਤੁਸੀਂ ਆ ਜਾਓ, ਇਹਦੇ ਤੇ ਤੁਹਾਡੇ ਨਾਲ ਗੱਲ ਕਰਦੇ ਆ। ਮਤਲਬ ਉਹ ਤਾਂ ਧਾਰੀ ਬੈਠੇ ਆ ਵਧੀਆ। ਜਦੋਂ ਧਾਰੀ ਬੈਠੇ ਆ ਵਧੀਆ, ਫਿਰ ਜੇ ਅਸੀਂ ਗੱਲਬਾਤ ਕਰਨ ਜਾਂਦੇ, ਫਿਰ ਸਾਡੇ 'ਚੋਂ ਤਾਂ ਉਹ ਵੀਕ ਪੁਆਇੰਟ ਦੇਖਦੇ ਵੀ ਕਿਹੜੇ ਬੰਦੇ ਨੂੰ ਟਾਰਗੇਟ ਕਰੀਏ, ਕਿਹੜੇ ਬੰਦੇ ਨੂੰ ਲੱਭੀਏ। ਮੈਂ ਇਹ ਸ਼ਲਾਘਾ ਕਰਦਾ ਕਿਸਾਨ ਜਥੇਬੰਦੀਆਂ ਦੀ ਇਸ ਗੱਲ ਦੀ ਵੀ ਉਹਨਾਂ ਨੇ ਸਪਸ਼ਟ ਰੂਪ 'ਚ ਇਹ ਗੱਲ ਕਹੀ ਵੀ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਜਦੋਂ ਤੱਕ ਸਾਨੂੰ ਇਹ ਵਿਸ਼ਵਾਸ ਨਾ ਹੋਵੇ ਵੀ ਤੁਸੀਂ ਬਹੁਤ ਸੀਰੀਅਸ ਹੋ ਇਸ ਮਸਲੇ ਨੂੰ ਲੈ ਕੇ, ਤੁਸੀਂ ਕੁਛ ਨਾ ਕੁਛ ਹੱਲ ਸਾਨੂੰ ਦੇਣਾ ਚਾਹੁੰਦੇ ਹੋ। ਕੁਛ ਤੁਸੀਂ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਜਥੇਬੰਦੀਆਂ ਬਾਰੇ, ਉਹਦੀ ਬਹੁਤ ਚਰਚਾ ਹੋਈ ਹੈ। ਹਾਲਾਂਕਿ ਕਿਹਾ ਗਿਆ ਕਿ ਮੀਡੀਆ ਜਿਹੜਾ ਵਧਾ ਚੜਾ ਕੇ ਚੀਜ਼ਾਂ ਨੂੰ ਪੇਸ਼ ਕਰ ਰਿਹਾ, ਮੀਡੀਆ ਦੀ ਵੀ ਆਲੋਚਨਾ ਇਹਦੇ 'ਚ ਹੁੰਦੀ ਹੈ ਕਿ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਕਿਹਾ ਸੀਗਾ ਕਿ ਵਿਕਾਊ ਨੇ, ਮੈਂ ਚਾਹੁੰਦਾ ਕਿ ਸਟੇਟਮੈਂਟ ਕਲੀਅਰ ਕਰੋ, ਤੁਸੀਂ ਜਥੇਬੰਦੀਆਂ ਬਾਰੇ ਕੀ ਕਿਹਾ ਔਰ ਹੁਣ ਕੀ ਸੋਚਦੇ ਹੋ? ਨਹੀਂ ਜੀ, ਦੇਖੋ, ਮੈਂ ਕਿਹਾ ਵਿਕਾਊ ਕਿਵੇਂ ਆ। ਹੁਣ ਤੁਸੀਂ ਦੇਖੋ, ਇੱਕ ਜਥੇਬੰਦੀ ਨੇ ਸੁਪਰੀਮ ਕੋਰਟ 'ਚ ਜਾ ਕੇ SLP ਫਾਈਲ ਕਰਤੀ, ਪਟੀਸ਼ਨ ਫਾਈਲ ਕਰਤੀ। ਉਹ ਸੁਸਾਈਡ ਸੀ ਸਾਡੇ ਅੰਦੋਲਨ ਲਈ। ਓਕੇ, ਆਪਦੇ ਆਪ ਨੂੰ ਫਾਹਾ ਲਾਉਣ ਵਾਲੀ ਗੱਲ ਸੀ, ਹਨਾ।
ਜਦੋਂ ਐਡਾ ਵੱਡਾ ਅੰਦੋਲਨ ਲੜ ਰਹੇ ਆ, ਸੰਘਰਸ਼ ਲੜ ਰਹੇ ਆ, ਇਹ ਸਟੈਪ ਤਾਂ ਬਹੁਤ ਸੋਚ ਸਮਝ ਕੇ ਵਿਚਾਰ ਕੇ ਲੈਣਾ ਪਊਗਾ, ਕਿਉਂਕਿ ਬਾਈ ਚਾਂਸ ਉਹਦੇ ਤੇ ਸੁਪਰੀਮ ਕੋਰਟ ਨੇ ਕੱਲ ਨੂੰ ਡਿਸਾਈਡ ਕਰਤਾ, ਦੋ ਫਰੰਟਾਂ ਤੇ ਅਸੀਂ ਵੀਕ ਪੈ ਜਾਾਂਗੇ। ਇੱਕ ਤਾਂ ਗਵਰਨਮੈਂਟ ਨਾਲ, ਸਰਕਾਰ ਨਾਲ ਜਦੋਂ ਅਸੀਂ ਟੇਬਲ ਤੇ ਬੈਠਾਂਗੇ, ਜੇ ਕਿਤੇ ਉਹਦੇ ਤੇ ਡਿਸੀਜਨ ਆ ਜਾਂਦਾ ਤਾਂ ਸਰਕਾਰ ਕਹੂਗੀ ਸੁਪਰੀਮ ਕੋਰਟ ਹੈਜ਼ ਆਲਰੇਡੀ ਡਿਸਾਈਡਡ ਦਿਸ। ਸੁਪਰੀਮ ਕੋਰਟ ਨੇ ਆਲਰੇਡੀ ਡਿਸਾਈਡ ਕਰਤਾ ਵੀ ਤਿੰਨੇ ਆਰਡੀਨੈਂਸਸ ਇਹ ਕਨਸਟੀਟਿਊਸ਼ਨਲ ਆ, ਇਹਦੇ ਚ ਅਨਕਨਸਟੀਟਿਊਸ਼ਨਲ ਕੁਝ ਵੀ ਨਹੀਂ ਆ। ਜੇ ਮੈਟਰ ਡਿਸਾਈਡ ਨਹੀਂ ਵੀ ਹੋਇਆ ਤਾਂ ਸਰਕਾਰ ਕਹੂਗੀ ਅਸੀਂ ਕੁਝ ਨਹੀਂ ਡਿਸਾਈਡ ਕਰ ਸਕਦੇ, ਮੈਟਰ ਇਜ਼ ਸਬਜੂਡਿਸ, ਸਿਟਸ ਇਨ ਦਾ ਕੋਰਟ, ਹਨਾ। ਇੱਕ ਗਰਾਊਂਡ ਸਰਕਾਰ ਕੋਲੇ ਮਿਲ ਗਿਆ। ਅਗਲੀ ਗੱਲ ਲੀਗਲ ਗੱਲ ਇੱਥੇ ਕੀ ਹੋਊਗੀ, देयर इज अ प्रिंसिपल कॉल्ड रेस जुडिकाटा। ਉਹਦਾ ਮਤਲਬ ਇਹ ਆ once a matter is adjudicated, ਇੱਕ ਵਾਰੀ ਕੋਈ ਕੇਸ ਐਡਜੂਡੀਕੇਟ ਹੋ ਗਿਆ, ਨਿਰਧਾਰਿਤ ਹੋ ਗਿਆ ਕੋਰਟ ਤੋਂ, on the same grounds second petition cannot be filed or entertained। ਉਸੇ ਗਰਾਊਂਡ ਤੇ ਸੈਕੰਡ ਪਟੀਸ਼ਨ ਫਾਈਲ ਨਹੀਂ ਕੀਤੀ ਜਾ ਸਕਦੀ ਜਾਂ ਕੋਰਟ ਉਹਨੂੰ ਐਂਟਰਟੇਨ ਨਹੀਂ ਕਰੂਗਾ। ਠੀਕ ਹੈ। ਸੋ ਮੰਨ ਲਓ ਉਹਦੇ ਚ ਗਰਾਊਂਡਸ ਆ ਜਿਹੜੇ ਉਹ ਬਹੁਤ ਵੀਕ ਹੁੰਦੇ, ਜੋ ਕਿ ਹੋਣੇ ਸੀ, ਕਿਉਂਕਿ ਜਿਹੜੇ ਲੀਗਲ ਮਾਈਂਡਸ ਪਿੱਛੇ ਸੀ ਉਹਨਾਂ ਦੀ ਸੁਪਰੀਮ ਕੋਰਟ 'ਚ ਕੋਈ ਫੇਸ ਵੈਲਿਊ ਨਹੀਂ ਆ, ਹਨਾ। ਸੁਪਰੀਮ ਕੋਰਟ 'ਚ ਜਾਂ ਕਿਸੇ ਵੀ ਕੋਰਟ 'ਚ ਇੱਕ ਲੀਗਲ ਫੀਲਡ ਦੀ ਕਹਾਵਤ ਆ, ਇਟਸ ਨਾਟ ਦ ਕੇਸਿਸ, ਇਟਸ ਦ ਫੇਸਿਸ ਵਿਚ ਮੇਕਸ ਦ ਡਿਫਰੈਂਸ। ਕੇਸ ਨਹੀਂ ਮੈਟਰ ਕਰਦਾ। ਮੈਂ ਥੋੜਾ ਜਿਹਾ ਤੁਹਾਡੀ ਗੱਲ ਨੂੰ ਹੋਰ ਐਲੈਬੋਰੇਟ ਕਰਕੇ ਕਹਾਂ। ਤੁਸੀਂ ਚਾਹੁੰਦੇ ਸੀ ਕਿ ਵਕੀਲ ਜਿਹੜੇ ਆ ਉਹ ਸਹੀ ਚੂਜ਼ ਕੀਤੇ ਜਾਣੇ ਔਰ ਚਿਹਰੇ ਜਿਹੜੇ ਉਹ ਸਹੀ ਚੂਜ਼ ਕੀਤੇ ਜਾਣੇ ਬਹੁਤ ਲਾਜ਼ਮੀ ਸੀ। ਨਹੀਂ, ਨਾਲ ਕਿਸ ਮੌਕੇ ਤੇ ਸਾਨੂੰ ਪਟੀਸ਼ਨ ਫਾਈਲ ਕਰਨੀ ਚਾਹੀਦੀ ਆ ਉਹ ਬਹੁਤ ਜ਼ਰੂਰੀ ਆ। ਹਜੇ ਪਟੀਸ਼ਨ ਫਾਈਲ ਕਰਨ ਦਾ ਮੇਰੇ ਹਿਸਾਬ ਨਾਲ ਟਾਈਮ ਨਹੀਂ ਆ, ਕਿਉਂਕਿ ਸਾਡੀ ਐਡੀ ਵੱਡੀ ਰੈਜ਼ਿਸਟੈਂਸ ਚੱਲ ਰਹੀ ਆ। ਉਹ ਰੈਜ਼ਿਸਟੈਂਸ ਲਗਾਤਾਰ ਦਿਨ ਬ ਦਿਨ ਵੱਧ ਰਹੀ ਆ, ਇੱਕ ਸਟੇਟ ਤੋਂ ਦੂਜੇ ਸਟੇਟ 'ਚ ਸੂਬੇ 'ਚ ਟਰੈਵਲ ਕਰ ਰਹੀ ਆ। ਉਸ ਰੈਜ਼ਿਸਟੈਂਸ ਦੇ ਵਿੱਚ ਅਸੀਂ ਜੇ ਲੀਗਲ ਆਪਦਾ ਮੋਰਚਾ ਹੀ ਕਹਿ ਲਓ ਤੁਸੀਂ, ਜਾਂ ਇੱਕ ਲੀਗਲ ਫਾਈਟ ਓਪਨ ਕਰ ਦਈਏ, ਕਿਤੇ ਨਾ ਕਿਤੇ ਉਹ ਡਾਇਲਿਊਟ ਕਰੂਗੀ ਗੱਲ ਨੂੰ ਪੂਰੀ ਨੂੰ। ਇਸ ਕਰਕੇ ਲੀਗਲ ਜਿਹੜਾ ਫਾਈਟ ਆ ਉਹਦੇ ਲਈ ਵੇਟ ਕਰਨੀ ਚਾਹੀਦੀ ਸੀ। ਹਜੇ ਸਾਨੂੰ ਉਹਦੇ ਤੇ, ਕਿਉਂਕਿ ਤਿਆਰੀ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਤੁਸੀਂ ਕਨਸਟੀਟਿਊਸ਼ਨ ਬੈਂਚ ਦੇ ਸਾਹਮਣੇ ਜਾਣਾ, ਕਿਸੇ ਲੈਜਿਸਲੇਸ਼ਨ ਨੂੰ ਚੈਲੰਜ ਕਰਨਾ, ਉਹਦੇ ਵਾਸਤੇ ਤਿਆਰੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਤੁਹਾਡੇ AOR ਐਡਵੋਕੇਟ ਔਨ ਰਿਕਾਰਡ ਨਾਲ ਤੁਹਾਡੇ ਕਾਨਫਰੰਸਿਸ ਹੁੰਦੀਆਂ, ਫਿਰ ਕਾਉਂਸਲਸ ਨਾਲ ਕਾਨਫਰੰਸਿਸ ਹੁੰਦੀਆਂ। ਤੁਸੀਂ ਗਰਾਊਂਡਸ ਤੇ ਲਗਾਤਾਰ ਬਹਿਸ ਕਰਦੇ ਹੋ, ਡਿਸਕਸ ਕਰਦੇ ਹੋ, ਗਰਾਊਂਡਸ 'ਚ ਵੜਦੇ ਹੋ। ਆਰਟੀਕਲ 14, 19 ਐਂਡ 21 ਆਫ ਕਨਸਟੀਟਿਊਸ਼ਨ ਆਫ ਇੰਡੀਆ ਦੇ ਉੱਤੇ ਬਹਿਸ ਹੁੰਦੀ ਆ ਵੀ ਕਿਸ ਤਰ੍ਹਾਂ ਸਾਡੇ ਫੰਡਾਮੈਂਟਲ ਰਾਈਟਸ ਨੂੰ ਇਹ ਵਾਇਲੇਟ ਕਰ ਰਹੇ ਆ, ਕਿਸ ਤਰ੍ਹਾਂ ਇਹਦੇ 'ਚ ਬਾਕੀ ਦੇ ਜਿਹੜੀਆਂ ਲੈਜਿਸਲੇਸ਼ਨਸ ਆ ਉਹਨਾਂ ਨੂੰ ਲੈ ਕੇ ਆਉਣਾ। ਤੇ ਇਹ ਕੋਈ ਰਾਤ ਦਾ ਕੰਮ ਨਹੀਂ ਆ ਵੀ ਅਸੀਂ SLP ਫਾਈਲ ਕਰ ਓਵਰਨਾਈਟ ਪਾਤੀ ਤੇ ਹੋ ਗਿਆ ਕੰਮ। ਹੁਣ ਜਦੋਂ ਇਹੋ ਜਿਹੇ ਇਸ ਗੱਲ ਦੇ ਖਿਲਾਫ ਸੀਗੇ, ਅਦਰਵਾਈਜ਼ ਤੁਹਾਡਾ ਜਥੇਬੰਦੀਆਂ ਦੇ ਨਾਲ ਕੋਈ ਹੋਰ ਗੱਲ ਦੇ ਉੱਤੇ ਇਸ਼ੂ ਨਹੀਂ ਸੀਗਾ? ਨਹੀਂ, ਇਸ਼ੂ ਤਾਂ ਇਹੀ ਆ। ਦੇਖੋ, ਇਸ਼ੂ ਜਦੋਂ ਮੈਂ ਕਿਹਾ ਵਿਕਾਊ, ਇਹਨਾਂ ਗੱਲਾਂ ਤੋਂ ਫਿਰ ਅਸੀਂ ਵਿਕਾਊ ਵਾਲੇ ਪਾਸੇ ਨੂੰ ਤੁਰਦੇ ਆ। ਪਰ ਬਹੁਤ ਸਾਰੀਆਂ ਬਾਕੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇ ਇੱਕ ਜਥੇਬੰਦੀ ਦੀ ਗਲਤੀ ਹੋ ਗਈ ਜਾਂ ਕਮੀ ਹੈ ਤਾਂ ਉਹਨਾਂ ਨੇ ਬਾਹਰ ਵੀ ਕਰਤਾ, 30 ਰਹਿ ਗਈਆਂ। ਬਹੁਤ ਵਧੀਆ ਕੀਤਾ। ਤਾਂ ਉਹ ਕਹਿੰਦੇ ਆ ਕਿ ਸਾਰੀਆਂ ਜਥੇਬੰਦੀਆਂ ਲਈ ਇਹ ਸ਼ਬਦ ਨਹੀਂ ਵਰਤਣੇ ਚਾਹੀਦੇ। ਨਹੀਂ, ਮੈਂ ਮੰਨਦਾ ਜੀ ਇਹ ਗੱਲ, ਮੈਂ ਸਾਰੀਆਂ ਜਥੇਬੰਦੀਆਂ ਲਈ ਬਿਲਕੁਲ ਨਹੀਂ ਵਰਤੇ। ਜੇ ਕਿਸੇ ਦਾ ਦਿਲ ਦੁਖਿਆ ਮੇਰੇ ਕਿਸੇ ਸ਼ਬਦਾਂ ਤੋਂ, ਮੈਂ ਉਸ ਗੱਲ ਲਈ ਮਾਫੀ ਚਾਹਣਾ। ਕੋਈ ਇਹਦੇ 'ਚ ਹਉਮੈ ਦਾ ਪ੍ਰਗਟਾਵਾ ਥੋੜੀ ਆ। ਸਾਡੀ ਤਾਂ ਲੜਾਈ ਦਿੱਲੀ ਨਾਲ ਆ, ਆਪਸ 'ਚ ਥੋੜੀ ਲੜਾਈ ਆ। ਆਪਸ 'ਚ ਤਾਂ ਅਸੀਂ ਇੱਕ ਆ, ਸਾਡਾ ਮਕਸਦ ਇੱਕ ਆ। ਮੈਂ ਸਿਰ ਮੱਥੇ ਜੇ ਉਹ ਮੈਨੂੰ ਕੁਝ ਜਥੇਬੰਦੀਆਂ ਵਾਲੇ ਜਾਂ ਸਾਡੇ ਜਿਹੜੇ ਆਗੂ ਆ ਜਥੇਬੰਦੀਆਂ ਦੇ ਉਹ ਕਹਿਣਗੇ। ਪਰ ਮੈਂ ਪੰਜਾਬ ਇਹ ਚਾਹੁੰਦਾ ਹੈ ਕਿ ਦੀਪ ਸਿੱਧੂ, ਜਥੇਬੰਦੀਆਂ, ਲੱਖਾ ਸਿਧਾਣਾ ਇਕੱਠੇ ਰਹਿਣ। ਪੰਜਾਬ ਦੀ ਆਵਾਜ਼ ਇਹ ਹੈਗੀ ਹੈ ਕਿ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਵੀ ਅੱਡ ਨਹੀਂ ਹੈਗੇ ਜਾਂ ਅੱਡ ਵਾਲੀ ਗੱਲ ਨਾ ਕੀਤੀ ਜਾਵੇ, ਪਰ ਜਿੰਨੇ ਕੁ ਵੀ ਥੋੜੇ ਬਹੁਤ ਡਿਫਰੈਂਸਸ ਆ ਰਹੇ ਹੈ, ਕਿ ਅੱਗੇ ਜਾ ਕੇ ਲੋਕ ਇਹ ਉਮੀਦ ਕਰ ਸਕਦੇ ਆ ਕਿ ਕੋਈ ਮੀਡੀਏਟਰ ਬਣੇ ਜਾਂ ਕਿਸੇ ਤਰੀਕੇ ਨਾਲ ਦੁਬਾਰਾ ਇੱਕੋ ਮੰਚ ਤੇ ਇਕੱਠੇ ਹੋਣ? ਕਿਉਂ ਨਹੀਂ ਹੋ ਸਕਦੇ? ਦੇਖੋ, ਮੋਰਚੇ ਵੱਖ-ਵੱਖ ਥਾਂ ਲਾਉਣੇ ਦਾ ਮਤਲਬ ਇਹ ਥੋੜੀ ਵੀ ਅਸੀਂ ਇਕੱਠੇ ਨਹੀਂ, ਹਨਾ। ਹਮੇਸ਼ਾ ਹੀ ਪੰਜਾਬ ਦਾ ਇਤਿਹਾਸ ਰਿਹਾ, ਆਜ਼ਾਦੀ ਲਈ ਵੀ ਲੜੇ ਆ। ਮਿਸਲ ਕਾਲ ਤੋਂ ਲੈ ਲਓ ਤੁਸੀਂ, ਮੋਰਚੇ ਵੱਖ-ਵੱਖ ਹੀ ਲੱਗਦੇ ਰਹੇ ਆ ਹਕੂਮਤ ਦੇ ਖਿਲਾਫ। ਔਰ ਇੱਕ ਸੈਂਟਰ ਆਫ ਅਟਰੈਕਸ਼ਨ, ਇੱਕ ਪੁਆਇੰਟ ਹੋ ਵੀ ਨਹੀਂ ਸਕਦਾ। ਉਹ ਹੁਕਮਰਾਨ ਧਿਰ ਲਈ ਬੜਾ ਸੌਖਾ ਹੋ ਜਾਂਦਾ ਜੇ ਇੱਕ ਫੋਕਸ ਪੁਆਇੰਟ ਹੋ ਜੇ, ਇੱਕ ਸੈਂਟਰ ਹੋ ਜੇ ਉਹਨੂੰ ਦਬਾਉਣਾ। ਤਾਂ ਮੋਰਚੇ ਵੱਖ-ਵੱਖ ਲਾਉਣੇ ਸਾਡੇ ਹੱਕ 'ਚ ਵੀ ਜਾਂਦੇ ਆ ਤੇ ਸਾਡਾ ਇਤਿਹਾਸ ਵੀ ਆ, ਪਰ ਇਹਦਾ ਮਤਲਬ ਇਹ ਨਹੀਂ ਅਸੀਂ ਇਕੱਠੇ ਨਹੀਂ ਆ।
ਅਸੀਂ ਅੱਜ ਵੀ ਇਕੱਠੇ ਆ, ਸਾਡਾ ਮਕਸਦ ਇੱਕ ਆ। ਤੇ ਜਿੱਥੋਂ ਤੱਕ ਰਹੇ ਆਪਸੀ ਵਿਚਾਰਾਂ ਦੇ ਵਖਰੇਵੇਂ ਹੋਣੇ ਵੀ ਚਾਹੀਦੇ ਆ। ਉਹ ਤੋਂ ਬਿਨਾਂ ਵਿਕਾਸ ਵੀ ਨਹੀਂ ਹੋ ਸਕਦਾ। ਵਿਕਾਸ ਵੀ ਵਿਚਾਰਾਂ ਦੇ ਵਖਰੇਵਿਆਂ 'ਚ ਹੀ ਸੰਭਵ ਆ। ਤੇ ਵਿਚਾਰਾਂ ਦੇ ਵਖਰੇਵਿਆਂ ਨੂੰ ਅਸੀਂ ਵਿਰੋਧਤਾ 'ਚ ਨਾ ਦੇਖਿਆ ਜਾਵੇ, ਵਿਚਾਰਾਂ ਦੇ ਵਖਰੇਵਿਆਂ ਨੂੰ ਸਪੇਸ ਦੇ ਕੇ, ਮਾਣ ਸਤਿਕਾਰ ਦੇ ਕੇ ਅਸੀਂ ਇੱਕੋ ਮਕਸਦ ਲਈ ਲੈ ਕੇ ਤੁਰੇ ਜਾਣ ਦੀ ਜਾਂਚ ਸਾਨੂੰ ਆਉਣੀ ਚਾਹੀਦੀ ਆ। ਇੱਕ ਬੜੀ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ, ਜਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਦੂਜੇ ਦੇ ਖਿਲਾਫ ਮੀਡੀਆ 'ਚ ਆ ਕੇ ਸਟੇਟਮੈਂਟਾਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਔਰ ਸਿਰਫ ਜਿਹੜਾ ਕੇਂਦਰ ਬਿੰਦੂ ਹੈ ਕਿ ਜਿਸ ਲੜਾਈ ਲਈ ਤੁਰੇ ਆ ਸਾਰੇ, ਸਿਰਫ ਉਹਦੀ ਗੱਲ ਰੱਖਣੀ ਚਾਹੀਦੀ ਹੈ? ਦੇਖੋ ਉਹ ਤਾਂ ਚਾਹੁੰਦੇ ਆ, ਦਿੱਲੀ ਚਾਹੂਗੀ ਅੱਜ, ਔਰ ਉਹ ਪੈਦਾ ਵੀ ਕਰਨਗੇ ਵੀ ਅਸੀਂ ਇੱਕ ਦੂਜੇ ਦੇ ਖਿਲਾਫ ਲੜੀਏ, ਇੱਕ ਦੂਜੇ ਦੀਆਂ ਲੱਤਾਂ ਖਿੱਚੀਏ। ਇੱਕ ਗੱਲ ਦੀ ਸਪਸ਼ਟਤਾ ਬੜੀ ਜ਼ਰੂਰੀ ਹੈ ਇੱਥੇ। ਆਪਸ 'ਚ ਸਾਡੇ ਕੋਈ ਵਖਰੇਵੇਂ ਹੋਣਗੇ, ਅਸੀਂ ਬਾਅਦ 'ਚ ਬੈਠ ਕੇ ਇਸ ਗੱਲ ਨੂੰ ਨਿਬੇੜ ਲਾਂਗੇ। ਉਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ। ਅੱਜ ਸਾਡਾ ਦੁਸ਼ਮਣ ਕੌਣ ਆ? ਅੱਜ ਸਾਡਾ ਦੁਸ਼ਮਣ ਸੈਂਟਰ ਸਰਕਾਰ ਆ। ਅਸੀਂ ਜਿਹੜਾ ਵੀ ਹਮਲਾ ਕਰਨਾ, ਸ਼ਾਬਦਿਕ, ਵਿਚਾਰਧਾਰਕ, ਜਿਸ ਤਰ੍ਹਾਂ ਵੀ ਲੜਾਈ ਲੜਨੀ ਆ, ਉਹ ਸੈਂਟਰ ਸਰਕਾਰ ਦੇ ਅਗੇਂਸਟ ਲੜਨੀ ਆ। ਇਹ ਗੱਲ ਦੀ ਸਪਸ਼ਟਤਾ ਮੇਰੇ 'ਚ ਵੀ ਹੈਗੀ ਆ, ਤੇ ਮੈਨੂੰ ਲੱਗਦਾ ਸਾਡੇ ਸਾਰਿਆਂ 'ਚ ਹੋਣੀ ਚਾਹੀਦੀ ਆ। ਆਪਸ 'ਚ ਤੁਸੀਂ ਮੇਰੇ ਵੱਲੋਂ ਦੇਖੋਗੇ, ਮੈਂ ਕਦੇ ਵੀ ਇਸ ਗੱਲ 'ਚ ਵਿਸ਼ਵਾਸ ਨਹੀਂ ਰੱਖਦਾ ਵੀ ਕਿਸੇ ਨੇ ਮੇਰੇ ਬਾਰੇ ਕੋਈ ਟਿੱਪਣੀ ਵੀ ਕਰਤੀ ਮੈਂ ਉਹਦਾ ਜਵਾਬ ਦੇਣ 'ਚ ਵਿਸ਼ਵਾਸ ਨਹੀਂ ਰੱਖਦਾ। ਕੋਈ ਉਹ ਗੱਲ ਨਹੀਂ ਆ। ਫੋਕਸ ਪੁਆਇੰਟ ਉਹ ਨਹੀਂ ਆ। ਫੋਕਸ ਪੁਆਇੰਟ ਦਿੱਲੀ ਆ ਅੱਜ। ਪੰਜਾਬ ਦਾ ਮੀਡੀਆ ਦੇ ਉੱਤੇ ਮੈਂ ਚਾਹਣਾ ਕਿ ਬਹੁਤ ਪੋਜ਼ਿਟਿਵ ਰੋਲ ਨਿਭਾਉਣ ਦੀ ਲੋੜ ਹੈਗੀ ਹੈ ਕਿ ਬਹੁਤ ਛੋਟੀਆਂ ਚੀਜ਼ਾਂ ਕਈ ਵਾਰੀ ਐਡੇ ਵੱਡੇ ਘੋਲਾਂ ਦੇ ਵਿੱਚ ਹੋ ਜਾਂਦੀਆਂ, ਉਹਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਔਰ ਫੋਕਸ ਜਿਹੜਾ ਉਹ ਰੱਖਣਾ ਚਾਹੀਦਾ ਸਹੀ ਗੱਲ ਦੇ ਉੱਤੇ। ਦੇਖੋ ਮੀਡੀਆ ਨੇ ਹਜੇ ਤੱਕ ਬੜਾ ਵਧੀਆ ਰੋਲ ਨਿਭਾਇਆ। ਮੀਡੀਆ ਨੇ ਇਸ ਅਵੇਅਰਨੈਸ ਨੂੰ, ਇੱਕ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ। ਵਿੱਚ ਦੀ ਮੈਂ ਮੰਨਦਾ, ਵਿੱਚ ਦੀ ਹੁੰਦੇ ਆ ਕੁਝ ਜਰਨਲਿਸਟ ਜਿਹੜੇ TRP ਲਈ ਜਾਂ ਇੱਕ ਸੈਂਸੇਸ਼ਨ ਪੈਦਾ ਕਰਨ ਵਾਸਤੇ ਕਿਸੇ ਵੱਖ ਤਰ੍ਹਾਂ ਦੀ ਰਿਪੋਰਟਿੰਗ ਕਰ ਦਿੰਦੇ ਆ, ਪਰ ਜਿੱਥੇ ਅਸੀਂ ਬੈਠੇ ਆ ਉਹਨੂੰ ਇਗਨੋਰ ਕਰੀਏ। ਮੀਡੀਆ ਦੀ ਸ਼ਲਾਘਾ ਮੈਂ ਕਰਦਾ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਮੀਡੀਆ ਨਾਲ ਖੜਾ ਅੱਜ ਇਸ ਲਹਿਰ 'ਚ, ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਖੜਾ। ਤੁਸੀਂ ਦੇਖੋ ਕਿੱਡਾ ਵੱਡਾ ਐਕਸਪੋਜ਼ਰ ਦਿੱਤਾ ਜਾ ਰਿਹਾ ਮੀਡੀਆ ਵੱਲੋਂ। ਇੱਕ ਬੰਦੇ ਨੂੰ, ਇੱਕ ਨਾਰਮਲ ਗੱਲ ਕਹੀ ਗਈ ਨੂੰ ਜਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਬਿਆਨ ਕੀਤੀ ਜਾ ਰਹੀ ਆ, ਚਿਹਰਿਆਂ ਤੇ ਗੱਲ ਨਹੀਂ ਰਹੀ, ਵਿਚਾਰਧਾਰਾ ਤੇ ਗੱਲ ਆ ਗਈ। ਇਸ ਪੂਰੀ ਵਿਚਾਰਧਾਰਾ ਨੂੰ ਜਿਸ ਮਰਜ਼ੀ ਚਿਹਰੇ ਨੇ ਕਿਹਾ ਹੋਵੇ, ਮੀਡੀਆ ਲੋਕਾਂ ਤਾਈਂ ਲੈ ਕੇ ਜਾਂਦਾ। ਕਿੰਨੇ ਚਿਹਰੇ ਉੱਭਰੇ ਆ, ਇਹ ਮੀਡੀਆ ਕਰਕੇ ਹੀ ਉੱਭਰੇ ਆ। ਸੋ ਮੀਡੀਆ ਨੇ ਬਹੁਤ ਵਧੀਆ ਰੋਲ ਨਿਭਾਇਆ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਕੋਈ ਖਾਸ ਤਰ੍ਹਾਂ ਦਾ, ਜਿਵੇਂ ਮੈਂ ਕਿਹਾ, ਵਿੱਚ ਦੀ ਕੁਝ ਬੰਦੇ ਹੁੰਦੇ ਹੀ ਆ ਜਿਹੜੇ ਉਸ ਲੈਵਲ ਤੱਕ ਗੱਲ ਨੂੰ ਨਹੀਂ ਸਮਝਦੇ ਤੇ ਉਹ ਵਿਅਕਤੀਗਤ ਤੌਰ ਤੇ ਦੇਖਣ ਲੱਗ ਜਾਂਦੇ ਆ। ਪਰ ਇਹ ਸਾਡੀ ਜਾਤੀ ਲੜਾਈ ਨਹੀਂ ਆ, ਇਹ ਲੜਾਈ ਪੂਰੇ ਪੰਜਾਬ ਦੀ ਆ, ਸਾਰੇ ਕਿਸਾਨਾਂ ਦੀ ਆ, ਸਾਰੇ ਮਜ਼ਦੂਰਾਂ ਦੀ ਆ, ਸਾਡੀ ਹੋਂਦ ਦੀ ਲੜਾਈ ਆ। ਸਾਡੀ ਤਾਂ ਹੋਂਦ ਦੀ ਲੜਾਈ ਆ ਪੰਜਾਬੀਆਂ ਦੀ। ਬਾਕੀਆਂ ਦੀ ਜ਼ਮੀਨ ਦੀ ਲੜਾਈ ਹੋ ਸਕਦੀ ਆ, ਸਾਡਾ ਤਾਂ ਇਹਦੇ ਤੋਂ ਉੱਤੇ ਇੱਕ ਸਟੈਪ, 2 ਸਟੈਪ ਉੱਤੋਂ ਦੀ ਗੱਲ ਆ। ਅਸੀਂ ਤਾਂ ਜਮਾਂ ਹੀ ਕਮਰਾਂ 'ਚ ਧੱਕ ਦਿੱਤੇ ਜਾਵਾਂਗੇ ਜੇ ਨਾਲ। ਇੱਕ ਸਵਾਲ ਇਹ ਸੀਗਾ ਕਿ ਜਥੇਬੰਦੀਆਂ ਦੀ ਜਿਹੜੀ ਕਾਲ ਰਹੀ ਹੈ ਉਹ ਇਹ ਸੀਗਾ ਕਿ ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਜਾਵੇ, ਰਿਲਾਇੰਸ ਦੇ ਪੰਪਾਂ ਤੇ ਮੌਲਾਂ ਦਾ ਬੰਦ ਕੀਤੇ ਜਾਣ, ਧਰਨਾ ਲੱਗੇ, ਟੋਲ ਪਲਾਜ਼ੇ ਵੀ ਬਾਅਦ ਦੇ ਵਿੱਚ ਬੰਦ ਕਰ ਦਿੱਤੇ ਗਏ, ਔਰ ਰੇਲ ਰੋਕੋ ਅੰਦੋਲਨ ਮੁੱਖ ਤੌਰ ਤੇ ਵੱਡੀ ਜਿਹੜੀ ਉਹਨਾਂ ਦੀ ਕਾਲ ਸੀਗੀ। ਕੀ ਜਿਹੜੇ ਫੋਰਮ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਤੁਸੀਂ ਜਿੱਥੇ ਕਹਿ ਰਹੇ ਹੋ ਕਿ ਥੋੜੇ ਬਹੁਤ ਆਈਡੀਓਲੋਜੀਕਲ ਡਿਫਰੈਂਸਸ ਹੈਗੇ ਹੈ, ਤੁਹਾਡੀ ਮੰਗ ਕੋਈ ਇਹਦੇ ਤੋਂ ਵੱਖਰੀ ਐਡ ਆਨ ਹੈਗੀ ਹੈ ਕਿ ਇਹਦੇ ਨਾਲ ਇਹ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਸੀ? ਦੇਖੋ, ਜਦੋਂ ਇੱਕ ਰੈਜ਼ਿਸਟੈਂਸ ਪੈਦਾ ਕੀਤੀ ਜਾਂਦੀ ਹੈ ਨਾ, ਫਿਰ ਜਿਵੇਂ ਮੈਂ ਕਿਹਾ ਵੱਖ-ਵੱਖ ਥਾਂ ਤੇ ਮੋਰਚੇ ਲਾਏ ਜਾਂਦੇ ਆ, ਹਨਾ। ਉਹ ਰੈਜ਼ਿਸਟੈਂਸ ਵੱਖ-ਵੱਖ ਥਾਵਾਂ ਤੋਂ ਸਰਕਾਰ ਦੇ ਖਿਲਾਫ ਪੈਦਾ ਕੀਤੀ ਜਾਂਦੀ ਆ। ਹੁਣ ਜੇ ਕਿਤੇ ਰੇਲ ਅਸੀਂ ਰੋਕ ਰਹੇ ਹਾਂ, ਹਾਲਾਂਕਿ ਸਾਡੇ ਤੇ ਬੋਝ ਪਊਗਾ, ਉਹਦਾ ਸਟੇਟ ਤੇ ਬੋਝ ਪਊਗਾ ਉਹਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਕਈ ਵਾਰੀ ਲੜਾਈਆਂ ਤੁਹਾਨੂੰ ਲੜਨੀਆਂ ਪੈਂਦੀਆਂ ਹੁੰਦੀਆਂ। ਲੜਾਈਆਂ ਇਹਨਾਂ ਸ਼ਰਤਾਂ ਤੇ ਵੀ ਲੜਨੀਆਂ ਪੈਂਦੀਆਂ ਹੁੰਦੀਆਂ ਵੀ ਕੁਝ ਬੋਝ ਇਹਦਾ ਸਾਡੇ ਉੱਤੇ ਵੀ ਆਊਗਾ।
ਪਰ ਜੇ ਲੜਾਈ ਨਾ ਲੜੀ ਉਹ ਬੜਾ ਵੱਡਾ ਸਾਡੇ ਤੇ ਇਤਿਹਾਸ ਦਾ ਮਹਿਣਾ ਰਹਿ ਜਾਊਗਾ। ਇਤਿਹਾਸ ਦਾ ਮਹਿਣਾ ਲਾਉਣ ਖਾਤਰ ਵੀ ਤੁਹਾਨੂੰ ਲੜਾਈਆਂ ਲੜਨੀਆਂ ਪੈਂਦੀਆਂ ਹੁੰਦੀਆਂ ਤੇ ਇੱਕ ਸਿਸਟਮ ਨੂੰ ਚੈਲੰਜ ਕਰਕੇ ਕਿਸੇ ਦਾ ਭਲਾ ਕਰਨ ਖਾਤਰ ਵੀ ਲੜਾਈਆਂ ਲੜਨੀਆਂ ਪੈਂਦੀਆਂ ਹੁੰਦੀਆਂ ਤੇ ਇਹੀ ਕਰੀ ਜਾਂਦੇ ਆ ਹੁਣ ਅਸੀਂ। ਤਾਂ ਮੈਂ ਉਹੀ ਪੁੱਛ ਰਿਹਾ ਸੀ ਕਿ ਕੀ ਇਹਨਾਂ ਤੋਂ ਕੁਝ ਤੁਸੀਂ ਚਾਹੁੰਦੇ ਸੀ ਕਿ ਜਥੇਬੰਦੀਆਂ ਕੁਝ ਐਡੀਸ਼ਨਲ ਕਰਦੀਆਂ, ਕਿ ਰਿਲਾਇੰਸ ਦੇ ਪੰਪ ਘੇਰੇ ਐ, ਰੇਲਾਂ ਰੋਕੀਆਂ ਗਈਆਂ ਔਰ ਭਾਜਪਾ ਦੇ ਲੀਡਰਾਂ ਦਾ ਪਿੰਡ ਪੱਧਰ ਤੇ ਵਿਰੋਧ ਕਰਨ ਦੀ ਉਹਨਾਂ ਨੇ ਗੱਲ ਕੀਤੀ, ਇਸ ਤੋਂ ਇਲਾਵਾ ਵੀ ਕੁਝ ਕਰਨਾ ਚਾਹੀਦਾ ਸੀ? ਹਾਂਜੀ ਬਿਲਕੁਲ ਕਰਨਾ ਚਾਹੀਦਾ। ਦੇਖੋ ਇੱਕ ਗੱਲ ਸਮਝਣ ਦੀ ਸਿੱਧੇ ਸਪਸ਼ਟ ਰੂਪ 'ਚ ਜ਼ਰੂਰਤ ਆ। ਸਰਕਾਰ ਦੀ ਮਜਬੂਰੀ ਕਦੋਂ ਬਣਦੀ ਆ? ਜਦੋਂ ਸਰਕਾਰ ਨੂੰ ਲੱਗਦਾ ਵੀ ਸਾਡੀਆਂ ਵੋਟਾਂ ਗਈਆਂ। ਵੋਟਾਂ ਤੋਂ ਬਿਨਾਂ ਸਰਕਾਰ ਨਹੀਂ ਹਿਲਦੀ, ਕਿਉਂਕਿ ਸਰਕਾਰ ਵੀ ਕੋਈ ਪੋਲੀਟੀਕਲ ਪਾਰਟੀ ਕੰਟਰੋਲ ਕਰ ਰਹੀ ਹੁੰਦੀ ਹੈ ਇਸ ਟਾਈਮ। ਅੱਜ ਜਿਵੇਂ ਬੀਜੇਪੀ ਕਰ ਰਹੀ ਆ, ਜਿੱਦੇ ਬੀਜੇਪੀ ਨੂੰ ਲੱਗੂ ਵੀ ਸਾਡਾ ਆਉਣ ਵਾਲਾ ਰਾਜ ਤਾਂ ਗਿਆ, ਲੋਕ ਤਾਂ ਹੋ ਗਏ ਸਾਡੇ ਅਗੇਂਸਟ। ਹੁਣ ਇਹ ਉਦੋਂ ਹੀ ਹੋਊਗਾ ਜਦੋਂ ਇਸ ਮੂਵਮੈਂਟ ਨੂੰ, ਇਸ ਲਹਿਰ ਨੂੰ ਅਸੀਂ ਪੰਜਾਬ ਤੋਂ ਬਾਹਰ ਕੱਢਾਂਗੇ, ਪੰਜਾਬ ਤੋਂ ਬਾਹਰ ਕੱਢ ਕੇ ਹੋਰ ਸੂਬਿਆਂ ਤੱਕ ਲੈ ਕੇ ਜਾਵਾਂਗੇ। ਸਰਕਾਰ ਦੀ ਮਜਬੂਰੀ ਉਦੋਂ ਖੜੀ ਹੋਊਗੀ, ਜਾਂ ਸਰਕਾਰ ਦਾ ਇੱਕ ਜਿਹੜਾ ਇਨਫਰਾਸਟ੍ਰਕਚਰ ਆ ਕ੍ਰੀਏਟ ਕੀਤਾ ਹੋਇਆ ਉਹਨੂੰ ਚੈਲੰਜ ਦੇ ਦਈਏ। ਇਨਫਰਾਸਟ੍ਰਕਚਰ ਨੂੰ ਵੀ ਅਸੀਂ ਚੈਲੰਜ ਆਪਦੇ ਸੂਬੇ 'ਚ ਦੇ ਰਹੇ ਹਾਂ, ਲਾਮਬੰਦੀ ਵੀ ਸੂਬੇ ਤੱਕ ਆ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਥੇਬੰਦੀਆਂ ਲਈ ਸੌਖਾ ਹੈ, ਕਿਉਂਕਿ ਜਥੇਬੰਦੀਆਂ ਇੱਕ ਦੂਜੇ ਨਾਲ ਕਨੈਕਟਡ ਨੇ? ਰਾਜਸਥਾਨ, ਹਰਿਆਣਾ, ਪੰਜਾਬ, ਯੂਪੀ ਦੀਆਂ ਜਥੇਬੰਦੀਆਂ ਨਾਲ ਰਲ ਕੇ ਚੱਲਦੀਆਂ ਰਹੀਆਂ। ਇੰਡੀਵਿਜੂਅਲ ਨਾਲੋਂ ਜਥੇਬੰਦੀਆਂ ਲਈ ਉਹ ਸੌਖਾ ਹੈ? ਬਹੁਤ ਸੌਖਾ ਜੀ। ਪਰ ਇੱਕ ਹੋਰ ਗੱਲ ਨਾਲ ਇੱਕ ਗੱਲ ਆ, ਸੰਘਰਸ਼ 'ਚ ਜਿਹੜਾ ਬੰਦਾ ਵੀ ਕੰਟਰੀਬਿਊਟ ਕਰ ਰਿਹਾ ਉਹ ਸੰਘਰਸ਼ 'ਚ ਹੀ ਕੰਟਰੀਬਿਊਟ ਕਰ ਰਿਹਾ ਨਾ। ਇਹਦੇ 'ਚ ਇੱਕ ਅੱਜ ਜੇ ਅਸੀਂ ਸ਼ੰਭੂ ਬੈਠੇ ਆ ਤਾਂ ਇੱਕ ਆਪੋਜੀਸ਼ਨ ਦਾ ਰੋਲ ਵੀ ਨਿਭਾ ਰਹੇ ਆ, ਜਿਹੜਾ ਲਗਾਤਾਰ ਇਹ ਗੱਲ ਕਰ ਰਿਹਾ ਜਥੇਬੰਦੀਆਂ ਨੂੰ ਵੀ ਵੇਖਿਓ ਕਿਤੇ ਕੋਈ ਖਤਾ ਨਾ ਖਾ ਜਿਓ, ਵੇਖਿਓ ਕਿਤੇ ਗਲਤੀ ਨਾ ਕਰ ਜਿਓ। ਇੱਕ ਆਪੋਜੀਸ਼ਨ ਦਾ ਰੋਲ ਆ। ਸਰਕਾਰ ਆ ਅੱਜ ਜਥੇਬੰਦੀਆਂ, ਅਸੀਂ ਆਪੋਜੀਸ਼ਨ ਦਾ ਰੋਲ ਨਿਭਾ ਰਹੇ ਹਾਂ। ਜੇ ਖਤਾ ਖਾ ਗਈ ਅਸੀਂ ਕੱਪੜੇ ਪਾੜ ਦਾਂਗੇ, ਅਸੀਂ ਤੁਹਾਡੇ ਲੀੜੇ ਪਾੜ ਦਾਂਗੇ। ਲੜਾਈ ਉਹੀ ਲੜ ਰਹੇ ਹਾਂ, ਪਰ ਇੱਕ ਇਹ ਰੋਲ ਵੀ ਨਾਲ ਨਿਭਾ ਰਹੇ ਹਾਂ। ਸੋ ਹੁਣ ਤਾਂ ਵਾਚ ਰੱਖ ਰਹੇ ਹੋ ਤੁਸੀਂ? ਇੱਕ ਦੇਖੋ ਜ਼ਰੂਰੀ ਆ, ਹਾਂ, ਕਿਉਂਕਿ ਲੋਕਾਂ ਦੀ ਲੜਾਈ ਆ। ਤੁਹਾਨੂੰ ਇਹ ਵੀ ਲੱਗਦਾ ਰਿਹਾ ਕਿ ਕਮਰਿਆਂ 'ਚ ਬਹਿ ਕੇ ਮੀਟਿੰਗਸ ਨਹੀਂ ਹੋਣੀਆਂ ਚਾਹੀਦੀਆਂ? ਤੁਹਾਨੂੰ ਇਹ ਵੀ ਲੱਗਦਾ ਰਿਹਾ? ਕੱਲ ਇੱਕ ਜਥੇਬੰਦੀ ਦੇ ਨੁਮਾਇੰਦੇ ਨੇ ਸਟੇਜ ਤੋਂ ਬੋਲਿਆ ਕਿ ਜ਼ਰੂਰੀ ਨਹੀਂ ਹੁੰਦਾ ਕਮਰਿਆਂ 'ਚ ਬਹਿ ਕੇ ਮੀਟਿੰਗਾਂ ਵਾਲੇ ਵਿਕਾਊ ਹੋ ਜਾਣ, ਕਮਰਿਆਂ 'ਚ ਬਹਿ ਕੇ ਵੀ ਮੀਟਿੰਗਾਂ ਵਾਲੇ ਜਿਹੜੇ ਉਹ ਜ਼ਮੀਰਾਂ ਵਾਲੇ ਇਨਸਾਨ ਹੋ ਸਕਦੇ। ਬਿਲਕੁਲ ਹੋ ਸਕਦੇ ਆ ਜੀ, ਮੈਂ ਇਹਦੇ 'ਚ ਕੋਈ ਗੱਲ ਇਹਦੇ ਤੋਂ ਮੁਨਕਰ ਨਹੀਂ ਹੁੰਦਾ। ਪਰ ਮੈਂ ਜਥੇਬੰਦੀਆਂ ਦੇ ਆਗੂਆਂ ਨੂੰ ਮਾਣ ਸਤਿਕਾਰ ਦਿੰਦਾ। ਉਹਨਾਂ ਨੇ ਬੜੇ ਲੰਬੇ ਸੰਘਰਸ਼ ਤੇ ਬੜੇ ਲੰਬੇ ਘੋਲ ਲੜੇ ਆ, ਪਰ ਸਤਿਕਾਰ ਸਹਿਤ ਹੀ ਇੱਕ ਗੱਲ ਰੱਖਦਾ ਵੀ ਸਾਡੇ ਕੋਲੇ ਪਿਛਲੇ 17-75 ਸਾਲਾਂ ਦਾ ਇਤਿਹਾਸ ਪਿਆ। ਉਸ ਇਤਿਹਾਸ ਚੋਂ ਨਿਕਲਿਆ ਕੁਛ ਨਹੀਂ। ਕਮਰਿਆਂ ਚੋਂ ਬੈਠ ਕੇ ਜ਼ਮੀਰਾਂ ਵਾਲੇ ਵੀ ਬੈਠੇ, ਸਾਰੇ ਬੈਠੇ, ਨਿਕਲਿਆ ਕੁਛ ਨਹੀਂ। ਫਿਰ ਉਸ ਸਿਸਟਮ ਨੂੰ ਖੰਡਨ ਕਰਨਾ ਪਊਗਾ ਕਿ ਨਹੀਂ ਕਰਨਾ ਪਊਗਾ? ਕੋਈ ਇਹੋ ਜਿਹਾ ਸਿਸਟਮ ਮੰਗਣਾ ਪਊਗਾ ਕਿ ਨਹੀਂ ਮੰਗਣਾ ਪਊਗਾ ਜਿੱਥੇ ਟਰਾਂਸਪੇਰੈਂਸੀ ਹੋਵੇ? ਮੈਂ ਕਹਿੰਦਾ ਤੁਸੀਂ ਕਮਰੇ 'ਚ ਵੀ ਬਹਿ ਜਾਓ, ਰਿਕਾਰਡ ਕਰ ਲਓ, ਕੋਈ ਤਾਂ ਸਾਨੂੰ ਟਰਾਂਸਪੇਰੈਂਸੀ ਦਾ ਸਾਧਨ ਦਿਓ ਨਾ, ਜਿੱਥੇ ਪਾਰਦਰਸ਼ਤਾ ਨੂੰ ਕੁਐਸਚਨ ਨਾ ਕੀਤਾ ਜਾ ਸਕੇ। ਅਸੀਂ ਜ਼ਮੀਰਾਂ ਤੇ ਕਿਉਂ ਰਹੀਏ? ਕੱਲ ਨੂੰ ਡਿਸੀਜਨ ਹੀ ਇਹ ਲੈ ਲਓ ਜਿਹੜਾ ਲੋਕਾਂ ਦੇ ਹੱਕ 'ਚ ਨਾ ਹੋਵੇ। ਸੋ ਇਹ ਪਾਰਦਰਸ਼ਤਾ ਦਾ ਮੰਗ ਕਰਨੀ ਕੋਈ ਇਲੀਗਲ ਨਹੀਂ, ਇਹ ਤਾਂ ਲੋਕਾਂ ਦੇ ਹੱਕ ਦੀ ਗੱਲ। ਕੀ ਇਹ ਹੋ ਸਕਦਾ ਹੈ ਕਿ ਚਾਹੇ ਦਿੱਲੀ ਦੀ ਸਰਕਾਰ ਨੇ ਜਥੇਬੰਦੀਆਂ ਨੂੰ ਕਿਹਾ ਕਿ ਆਓ ਮੀਟਿੰਗ ਕਰੋ, ਜੋ ਡਿਨਾਈ ਕਰਤੀ, ਪੰਜਾਬ ਦੀ ਸਰਕਾਰ ਨਾਲ ਵੀ ਗੱਲਬਾਤ ਹੋਈ ਸੀਗੀ, ਉਹ ਵੀ ਡਿਨਾਈ ਹੋਈ, ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ 7 ਦਿਨਾਂ ਦੇ ਅਲਟੀਮੇਟਮ ਨੂੰ ਨਹੀਂ ਮੰਨਦੇ, ਸਾਰੀਆਂ ਚੀਜ਼ਾਂ ਹੋਈਆਂ। ਕਿ ਸਰਕਾਰੀ ਨੁਮਾਇੰਦਿਆਂ ਨੂੰ ਵੀ ਇਹਨਾਂ ਸਟੇਜਾਂ ਤੇ ਬੁਲਾ ਕੇ ਉੱਥੇ ਲੋਕਾਂ ਸਾਹਮਣੇ ਗੱਲਬਾਤ ਕੀਤੀ ਜਾਵੇ? ਤੁਸੀਂ ਇਹ ਚਾਹੁੰਦੇ ਹੋ ਕਿ ਭਾਵੇਂ ਦਿੱਲੀ ਦੀ ਸਰਕਾਰ ਹੋਵੇ ਉਹ ਇੱਥੇ ਆ ਕੇ ਗੱਲ ਕਰੇ? ਦੇਖੋ, ਤੁਹਾਨੂੰ ਮੰਗਾਂ ਮਨਾਉਣ ਤੋਂ ਪਹਿਲਾਂ ਨਾ ਸਰਕਾਰ ਨੂੰ ਕੁਛ ਨਾ ਕੁਛ ਇੱਕ ਕੌਨਫੀਡੈਂਸ ਲੈਵਲ ਬਿਲਡ ਕਰਨਾ ਪਊਗਾ। ਕੌਨਫੀਡੈਂਸ ਲੈਵਲ ਬਿਲਡ ਕਰਨ ਵਾਸਤੇ ਮੰਨ ਲਓ ਅੱਜ ਸਰਕਾਰ ਇਹ ਕਹਿ ਦੇ ਇਸ ਲੈਜਿਸਲੇਸ਼ਨ ਨੂੰ ਹਜੇ ਅਸੀਂ ਸਸਪੈਂਡ ਕਰਦੇ ਹਾਂ ਫॉर ਟਾਈਮ ਬੀਇੰਗ, ਜਿੰਨੀ ਦੇਰ ਸਿਚੁਏਸ਼ਨ ਹੈਂਡਲ ਨਹੀਂ ਹੁੰਦੀ। ਕੌਨਫੀਡੈਂਸ ਲੈਵਲ ਤਾਂ ਆਊਗਾ ਨਾ ਵੀ ਤੁਸੀਂ ਸਸਪੈਂਡ ਕਰਕੇ ਗੱਲ ਕਰ ਰਹੇ ਹੋ, ਤੁਸੀਂ ਉਸ ਲੈਜਿਸਲੇਸ਼ਨ ਨੂੰ ਇੰਪਲੀਮੈਂਟ ਕਰਕੇ ਗੱਲ ਨਹੀਂ ਕਰ ਰਹੇ। ਅੱਜ ਜੇ ਕਿਸਾਨ ਜਥੇਬੰਦੀਆਂ ਨੇ ਮਨਾ ਕੀਤਾ, ਮੇਰੀ ਗੱਲ ਨਹੀਂ ਹੋਈ, ਪਰ ਮੈਨੂੰ ਲੱਗਦਾ ਇਸੇ ਕਰਕੇ ਮਨਾ ਕੀਤਾ, ਸਾਡੇ ਹਜੇ ਕੌਨਫੀਡੈਂਸ ਲੈਵਲ ਹੀ ਨਹੀਂ ਸਰਕਾਰ ਸਾਡੇ ਬਿਲਡ ਕਰ ਸਕੀ। ਅਗਲੀ ਗੱਲ, ਮੈਂ ਇਹ ਚਾਹਣਾ ਵੀ ਕਿਸੇ ਤਰ੍ਹਾਂ ਦਾ ਵੀ ਸੰਵਾਦ ਰਚਿਆ ਜਾਵੇ, ਕਿਸੇ ਤਰ੍ਹਾਂ ਦੀ ਵੀ ਡਿਸਕਸ਼ਨ ਹੋਵੇ, ਕੋਈ ਵੀ ਪੈਨਲ ਹੋਵੇ, ਉੱਥੇ ਪਾਰਦਰਸ਼ਤਾ ਹੋਵੇ,
ਹੁਣ ਇਹ ਤਾਂ ਕਿਉਂਕਿ ਵੇਰੀਏਬਲਸ ਬਹੁਤ ਹੁੰਦੇ ਆ, ਉਸ ਵੇਰੀਏਬਲਸ ਦੇ ਉਹਨਾਂ ਵੇਰੀਏਬਲਸ ਦੇ ਚੱਲਦੇ ਜੇ ਮੈਂ ਕਹਾਂ ਆਹੀ ਮੈਂ ਇਹ ਚਾਹਣਾ ਵੀ ਸੰਗਤ 'ਚ ਬੈਠ ਕੇ ਫੈਸਲੇ ਆਏ ਲਓ, ਉਹ ਕੋਈ ਇੱਕ ਢੰਗ ਨਹੀਂ ਆ। ਹੋ ਸਕਦਾ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਢੰਗ ਹੋਣ, ਉਹਨਾਂ 'ਚੋਂ ਇੱਕ ਢੰਗ ਅਪਣਾਉਣਾ ਪਊਗਾ ਜਿੱਥੇ ਪਾਰਦਰਸ਼ਤਾ ਰਹਿ ਸਕੇ। ਇਸ ਕਰਕੇ ਸੰਗਤ ਨਾਲ ਧੋਖਾ ਨਾ ਹੋਵੇ, ਲੋਕਾਂ ਨਾਲ ਧੋਖਾ ਨਾ ਹੋਵੇ। ਦੀਪ ਸਿੱਧੂ ਸ਼ੰਭੂ ਕਦੋਂ ਤੱਕ ਬੈਠਣਗੇ? ਕਿ ਜਥੇਬੰਦੀਆਂ ਦੀ ਕਾਲ ਜਦੋਂ ਤੱਕ ਧਰਨਿਆਂ ਦੀ ਜਾਂ ਮੋਰਚੇ ਦੀ ਰਹੂਗੀ ਉਦੋਂ ਤੱਕ ਹੈ, ਜਾਂ ਤੁਸੀਂ ਆਪਣੇ ਤੌਰ ਤੇ ਫੈਸਲਾ ਲਓਗੇ? ਦੇਖੋ, ਇਹ ਫੈਸਲੇ ਅੰਦੋਲਨ ਲੈਂਦਾ ਹੁੰਦਾ, ਇਹ ਫੈਸਲੇ ਮੇਰੇ ਜਾਂ ਜਥੇਬੰਦੀਆਂ ਦੇ ਵੀ ਨਹੀਂ ਹੋ ਸਕਦੇ, ਕਿਉਂਕਿ ਅੰਦੋਲਨ ਨੇ ਜਿਵੇਂ ਮੈਂ ਕਿਹਾ ਤੁਹਾਨੂੰ ਕਿੱਧਰ ਨੂੰ ਧੱਕ ਕੇ ਲੈ ਜਾਣਾ ਇਹ ਸਾਨੂੰ ਪਤਾ ਨਹੀਂ ਹੁੰਦਾ, ਉਹਦੀ ਸਪੀਡ, ਉਹਦਾ ਮੋਮੈਂਟਮ ਕੀ ਆ, ਕਿਉਂਕਿ ਲੋਕ ਲਹਿਰ ਆ। ਹੁਣ ਉਸ ਲੋਕ ਲਹਿਰ 'ਚ ਬੜੇ ਤਰ੍ਹਾਂ ਦੇ ਵੇਰੀਏਬਲਸ ਆਉਂਦੇ ਆ, ਉਹਨਾਂ ਵੇਰੀਏਬਲਸ ਦੇ ਉੱਤੇ ਤੁਸੀਂ ਡਿਸੀਜਨ ਲੈਣੇ ਹੁੰਦੇ ਆ। ਸਿਚੁਏਸ਼ਨ, ਰਿਐਲਿਟੀ ਲਗਾਤਾਰ ਬਦਲਦੀ ਰਹਿੰਦੀ ਆ, ਜਿਹੜੀ ਸਾਨੂੰ ਦਿਖਦੀ ਨਹੀਂ ਪਰ ਬਦਲ ਰਹੀ ਆ, ਲਗਾਤਾਰ ਰਿਐਲਿਟੀ ਬਦਲ ਰਹੀ ਆ। ਸੋ ਇਸ ਕਰਕੇ ਅੰਦੋਲਨ 'ਚ ਕਦੋਂ ਤੱਕ ਤੁਸੀਂ ਧਰਨੇ ਤੇ ਮੋਰਚੇ ਤੇ ਬੈਠਣਾ, ਕਦੋਂ ਉਸ ਮੋਰਚੇ ਦੀ ਸਮਾਪਤੀ ਕਰਨੀ ਆ, ਇਹ ਅੰਦੋਲਨ ਤੇ ਲੋਕ ਡਿਸਾਈਡ ਕਰਦੇ ਆ, ਵੇਰੀਏਬਲਸ ਡਿਸਾਈਡ ਕਰਦੇ ਆ। ਹਜੇ ਬੜਾ ਪ੍ਰੀਮੈਚੁਰ ਹੋਊਗਾ ਇਹ ਗੱਲ ਵੀ ਕਰਨੀ ਵੀ ਕਦੋਂ ਤੱਕ ਆਪਾਂ ਉੱਥੇ ਬੈਠੇ ਆ, ਪਰ ਡੈਫੀਨੇਟਲੀ ਜਦੋਂ ਤੱਕ ਕਿਸਾਨ ਤੇ ਮਜ਼ਦੂਰ ਸੰਘਰਸ਼ ਜਾਰੀ ਆ ਆਪਾਂ ਬੈਠੇ ਆ, ਉਸ ਤੋਂ ਬਾਅਦ ਇੱਕ ਵੱਖਰਾ ਸੰਘਰਸ਼ ਪੰਜਾਬ ਵਾਸਤੇ ਲੜਨਾ ਪਊਗਾ, ਕਿਉਂਕਿ ਸਾਡੇ ਹਾਲਾਤ ਬਹੁਤ ਸੁਖਾਵੇਂ ਨਹੀਂ ਆ। ਪੰਜਾਬ ਨੂੰ ਹੋਰ ਸੁਧਾਰਾਂ ਦੀ ਲੋੜ ਆ, ਜਿਨ੍ਹਾਂ ਖਾਤਰ ਸਾਨੂੰ ਲੜਨਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਸੀ, ਲੱਖੇ ਸਿਧਾਣੇ ਨੂੰ ਤੁਹਾਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹੋਏ ਸੀਗੇ। ਮੈਂ ਚਾਹੁੰਦਾ ਨਹੀਂ ਸੀ ਇਹੋ ਜਿਹਾ ਸਵਾਲ ਕਰਨਾ, ਪਰ ਫਿਰ ਬਹੁਤ ਦੁਨੀਆ ਨੂੰ ਇਸ ਗੱਲ ਦੀ ਵੇਟ ਰਹੂਗੀ ਕਿ ਇਸ ਗੱਲ ਨੂੰ ਕਿਸੇ ਨੇ ਪੁੱਛਿਆ ਨਹੀਂ। ਤੁਹਾਡੇ ਮਨ 'ਚ ਦੋਨਾਂ 'ਚ ਆਪਸ ਪ੍ਰਤੀ ਕੀ ਹੈ, ਉਹਦੀ ਥੋੜੀ ਕਲੈਰਿਟੀ ਦੇ ਦਿਓ। ਤੁਸੀਂ ਇਕੱਠੇ ਹੋ ਨਹੀਂ ਹੋ, ਕਿੱਥੇ ਖੜੇ ਹੋ ਤੁਸੀਂ, ਪੰਜਾਬ ਵਾਸਤੇ ਵੀ ਔਰ ਨਿੱਜੀ ਤੌਰ ਤੇ ਵੀ? ਨਹੀਂ, ਦੇਖੋ, ਪੰਜਾਬ ਵਾਸਤੇ ਇਕੱਠੇ ਖੜੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਲੱਖਾ ਬਾਈ ਆਪਦੇ ਹਿਸਾਬ ਨਾਲ ਕੰਟਰੀਬਿਊਟ ਕਰ ਰਿਹਾ, ਮੈਂ ਆਪਦੇ ਹਿਸਾਬ ਨਾਲ ਕਰ ਰਿਹਾ। ਨਿੱਜੀ ਤੌਰ ਤੇ ਮੈਂ ਆਉਂਦੇ ਜਿੱਦਾਂ ਮੈਂ ਪੰਜਾਬ ਆਇਆ ਸੀ ਉਦਾਂ ਹੀ ਮੈਂ ਕਹਿਤਾ ਸੀ ਉਹਨਾਂ ਨੂੰ ਵੀ ਤੂੰ ਮੇਰਾ ਭਰਾ ਬਾਈ, ਤੇ ਐਂ ਰਹੇਗਾ, ਕਿਉਂਕਿ ਅਸੀਂ ਨਿੱਜੀ ਲੜਾਈ ਤਾਂ ਲੜ ਨਹੀਂ ਰਹੇ, ਆਪਸੀ ਰੰਜਿਸ਼ ਤਾਂ ਕੁਝ ਹੈ ਨਹੀਂ, ਅਸੀਂ ਤਾਂ ਪੰਜਾਬ ਦੀ ਲੜਾਈ ਲੜ ਰਹੇ ਹਾਂ। ਅੱਜ ਉਹਨਾਂ ਨੂੰ ਲੱਗਦਾ ਜਥੇਬੰਦੀਆਂ ਦੇ ਨਾਲ ਉਹ ਲੜ ਲੈਣ, ਤਾਂ ਉਹ ਜਥੇਬੰਦੀਆਂ ਦੇ ਨਾਲ ਲੜ ਰਹੇ ਆ। ਮੈਂ ਇੱਕ ਆਪੋਜੀਸ਼ਨ ਦਾ ਰੋਲ ਜਿਵੇਂ ਤੁਹਾਨੂੰ ਕਿਹਾ ਨਿਭਾ ਰਿਹਾ, ਡੈਫੀਨੇਟਲੀ ਜਥੇਬੰਦੀਆਂ ਦੇ ਨਾਲ ਲੜ ਰਹੇ ਹਾਂ, ਪਰ ਉਹਦੇ ਨਾਲ ਇੱਕ ਸਟੈਪ ਇਹ ਵੀ ਜੋੜਿਆ ਹੋਇਆ ਸੀ ਨਾਲ ਵੀ ਗੱਲ ਕੱਲੀ ਰਿਆਇਤਾਂ ਦੀ ਨਹੀਂ ਆ। ਅਸੀਂ ਮੁਖਾਤਮ ਕੱਲੇ ਰਿਆਇਤਾਂ ਨੂੰ ਨਹੀਂ ਹੋ ਰਹੇ, ਜਾਂ ਮੁਖਾਤਮ ਮਸਲਿਆਂ ਨੂੰ ਨਹੀਂ ਹੋ ਰਹੇ, ਹਾਲਾਤ ਨੂੰ ਮੁਖਾਤਮ ਹੋ ਰਹੇ ਆ। ਇੰਨਾ ਕੁ ਵਖਰੇਵਾਂ, ਜੇ ਹਾਲਾਤ ਨੂੰ ਮੁਖਾਤਮ ਨਹੀਂ ਹੋਵਾਂਗੇ, ਬਿਮਾਰੀ ਦੀ ਜੜ ਨੂੰ ਨਹੀਂ ਫੜਾਂਗੇ, ਤਾਂ ਬਿਮਾਰੀ ਨੇ ਫੇਰ ਕੋਈ ਲੱਛਣ ਪੈਦਾ ਕਰ ਦੇਣੇ ਆ। ਇਹ ਲੱਛਣ ਖਤਮ ਹੋ ਜਾਣਗੇ, ਕੋਈ ਨਵੇਂ ਲੱਛਣ ਪੈਦਾ ਹੋ ਜਾਣਗੇ। ਸਭ ਬਿਮਾਰੀ ਦੀ ਜੜ ਨੂੰ ਫੜਨਾ ਬਹੁਤ ਜ਼ਿਆਦਾ ਜ਼ਰੂਰੀ ਆ। ਐਟਲੀਸਟ ਉਹਨੂੰ ਮੁਖਾਤਮ ਤਾਂ ਹੋਈਏ, ਲੋਕਾਂ 'ਚ ਇਹ ਅਵੇਅਰਨੈਸ ਤਾਂ ਵੰਡੀਏ। ਸੋ ਇੰਨਾ ਕੀ ਵਖਰੇਵਾਂ ਸ਼ੰਭੂ ਮੋਰਚੇ ਦਾ, ਪਰ ਘੋਲ ਉਹੀ ਆ, ਮਕਸਦ ਵੀ ਉਹੀ ਆ। ਬਿਲਕੁਲ ਆਖਰ 'ਚ ਇੱਕ ਸਾਡੇ ਵੀ ਇਹੀ ਇੱਛਾ ਹੈ ਕਿ ਤੁਸੀਂ ਸਾਰੇ ਸੇਮ ਪਲੇਟਫਾਰਮ ਤੇ ਦੁਬਾਰਾ ਇਕੱਠੇ ਹੋ। ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਇੱਕੋ ਸੰਘਰਸ਼ ਵੱਲ ਅਸੀਂ ਤੁਰੇ ਹੋਏ ਹਾਂ, ਅਲੱਗ-ਅਲੱਗ ਤਰੀਕੇ ਹੋ ਸਕਦੇ ਆ ਪਰ ਲੜਾਈ ਹੋਈ ਹੈ। ਪਰ ਫਿਰ ਵੀ ਜਿਵੇਂ ਪਹਿਲਾਂ ਦੇਖਿਆ, ਲੋਕ ਪੰਜਾਬ ਇਹ ਚਾਹੁੰਦਾ ਹੈ ਕਿ ਤੁਹਾਨੂੰ ਉਸੇ ਤਰ੍ਹਾਂ ਇਕੱਠੇ ਦੇਖਣਾ, ਔਰ ਸਾਡੀ ਉਮੀਦ ਹੈ ਕਿ ਇਹ ਤੁਹਾਡੀ ਲੜਾਈ ਹੈ ਜਿਹੜੀ ਇਹ ਕਾਮਯਾਬ ਹੋਵੇ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸ਼ੁਕਰੀਆ ਭਾਈ ਜੀ, ਧੰਨਵਾਦ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਧੰਨਵਾਦ।